ਪੜ੍ਹਦੇ ਹਾਂ ਅਗਲਾ ਚੈਪਟਰ। ਇੱਕ ਚੰਗਾ ਕਮਿਊਨੀਕੇਟਰ ਬਣਨ ਦਾ ਇੱਕ ਆਸਾਨ ਤਰੀਕਾ। ਕੁਝ ਸਮਾਂ ਪਹਿਲਾਂ ਮੈਂ ਇੱਕ ਬ੍ਰਿਜ ਪਾਰਟੀ ਵਿੱਚ ਗਿਆ। ਮੈਂ ਬ੍ਰਿਜ ਨਹੀਂ ਸੀ ਖੇਡਦਾ। ਉੱਥੇ ਮੇਰੇ ਹੀ ਵਰਗੀ ਇੱਕ ਹੋਰ ਔਰਤ ਸੀ ਜਿਸ ਨੂੰ ਬ੍ਰਿਜ ਖੇਡਣਾ ਨਹੀਂ ਸੀ ਆਉਂਦਾ। ਉਸ ਨੂੰ ਇਹ ਜਾਣਕਾਰੀ ਮਿਲੀ ਕਿ ਲਾਵੈਲ ਥਾਮਸ ਦੇ ਰੇਡੀਓ ਦੀ ਦੁਨੀਆ ਅੰਦਰ ਜਾਣ ਤੋਂ ਪਹਿਲਾਂ ਮੈਂ ਉਹਨਾਂ ਦਾ ਮੈਨੇਜਰ ਸੀ ਅਤੇ ਮੈਂ ਉਸਦੇ ਸਹਿਯੋਗੀ ਤੌਰ 'ਤੇ ਯੂਰਪ ਘੁੰਮ ਚੁੱਕਿਆ ਹਾਂ। ਇਸ ਲਈ ਉਸਨੇ ਮੈਨੂੰ ਕਿਹਾ, ਮਿਸਟਰ ਕਾਰਨੇਗੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਦੱਸੋ ਤੁਸੀਂ ਕਿੰਨੀਆਂ ਬਿਹਤਰੀਨ ਥਾਵਾਂ ਉੱਤੇ ਘੁੰਮੇ ਹੋ ਅਤੇ ਤੁਸੀਂ ਯੂਰਪ ਵਿੱਚ ਕਿੰਨੀਆਂ ਦੇਖਣਯੋਗ ਥਾਵਾਂ ਨੂੰ ਦੇਖਿਆ। ਜਦੋਂ ਅਸੀਂ ਸੋਫੇ ਉੱਪਰ ਬੈਠੇ ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਅਤੇ ਉਸਦਾ ਪਤੀ ਹੁਣੇ ਅਫਰੀਕਾ ਦੀ ਯਾਤਰਾ ਤੋਂ ਮੁੜੇ ਹਨ। ਮੈਂ ਕਿਹਾ, ਅਫਰੀਕਾ? ਕਿੰਨਾ ਮਜ਼ੇਦਾਰ ਅਨੁਭਵ ਰਿਹਾ ਹੋਵੇਗਾ। ਮੈਂ ਹਮੇਸ਼ਾ ਤੋਂ ਅਫਰੀਕਾ ਘੁੰਮਣਾ ਚਾਹੁੰਦਾ ਹਾਂ, ਪਰੰਤੂ 24 ਘੰਟੇ ਅਲਜੀਰੀਆ ਵਿੱਚ ਰੁਕਣ ਤੋਂ ਇਲਾਵਾ ਮੈਨੂੰ ਅਫਰੀਕਾ ਘੁੰਮਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਦੱਸੋ, ਕੀ ਤੁਸੀਂ ਸੱਚਮੁੱਚ ਉਸ ਰੋਮਾਂਚਕ ਦੇਸ਼ ਦੀ ਸੈਰ ਕੀਤੀ ਹੈ? ਹਾਂ। ਤੁਸੀਂ ਕਿੰਨੇ ਖੁਸ਼ਕਿਸਮਤ ਹੋ। ਮੈਨੂੰ ਤੁਹਾਡੇ ਨਾਲ ਈਰਖਾ ਹੁੰਦੀ ਹੈ। ਤੁਸੀਂ ਮੈਨੂੰ ਅਫਰੀਕਾ ਦੇ ਆਪਦੇ ਐਕਸਪੀਰੀਅੰਸ ਸੁਣਾਓ। ਇਸ ਤੋਂ ਬਾਅਦ ਉਹ ਔਰਤ 45 ਮਿੰਟ ਤੱਕ ਬੋਲਦੀ ਰਹੀ। ਉਸਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਮੈਂ ਕਿੱਥੇ ਗਿਆ ਸੀ ਜਾਂ ਮੈਂ ਕੀ ਦੇਖਿਆ ਸੀ। ਉਹ ਮੇਰੀਆਂ ਯਾਤਰਾਵਾਂ ਬਾਰੇ ਸੁਣਨਾ ਵੀ ਨਹੀਂ ਸੀ ਚਾਹੁੰਦੀ। ਉਸ ਨੂੰ ਸਿਰਫ ਇੱਕ ਦਿਲਚਸਪ ਸਰੋਤੇ ਦੀ ਤਲਾਸ਼ ਸੀ ਜਿਹੜਾ ਉਸਦੀ ਹਉਮੈ ਨੂੰ ਤਸੱਲੀ ਦੇ ਸਕੇ ਅਤੇ ਜਿਸ ਨੂੰ ਉਹ ਆਪਣੇ ਕਿੱਸੇ ਸੁਣਾ ਸਕੇ। ਕੀ ਉਸ ਔਰਤ ਦਾ ਵਿਵਹਾਰ ਅਸਾਧਾਰਨ ਸੀ? ਨਹੀਂ। ਜ਼ਿਆਦਾਤਰ ਲੋਕ ਇਸੇ ਤਰ੍ਹਾਂ ਦੇ ਹੁੰਦੇ ਨੇ। ਮਿਸਾਲ ਲਈ, ਨਿਊਯਾਰਕ ਦੇ ਪੁਸਤਕਾਂ ਦੇ ਇੱਕ ਪ੍ਰਕਾਸ਼ਕ ਵੱਲੋਂ ਦਿੱਤੀ ਗਈ ਡਿਨਰ ਪਾਰਟੀ ਵਿੱਚ ਮੈਂ ਇੱਕ ਪ੍ਰਸਿੱਧ ਬੋਟਨਿਸਟ ਨੂੰ ਮਿਲਿਆ। ਮੈਂ ਇਸ ਤੋਂ ਪਹਿਲਾਂ ਕਦੇ ਬੋਟਨਿਸਟ ਨਾਲ ਗੱਲਾਂ ਨਹੀਂ ਸਨ ਕੀਤੀਆਂ ਅਤੇ ਮੈਨੂੰ ਉਹਨਾਂ ਦੀਆਂ ਗੱਲਾਂ ਦਿਲਚਸਪ ਲੱਗ ਰਹੀਆਂ ਸਨ। ਜਦੋਂ ਉਹ ਮੈਨੂੰ ਦਰੱਖਤਾਂ ਅਤੇ ਪੌਦਿਆਂ ਦੀਆਂ ਦੁਨੀਆ ਦੀਆਂ ਰੌਚਕ ਗੱਲਾਂ ਸੁਣਾ ਰਹੇ ਸਨ ਤਾਂ ਮੈਂ ਆਪਣੀ ਕੁਰਸੀ ਦੇ ਕੰਢੇ ਉੱਪਰ ਬੈਠਿਆਂ ਅਤੇ ਸੁਣਦਾ ਰਿਹਾ ਅਤੇ ਉਹਨਾਂ ਨੇ ਮੈਨੂੰ ਘਰੇਲੂ ਆਲੂਆਂ ਬਾਰੇ ਵੀ ਕਈ ਦਿਲਚਸਪ ਗੱਲਾਂ ਦੱਸੀਆਂ। ਉਹਨਾਂ ਨੇ ਇਨਡੋਰ ਗਾਰਡਨ ਵਿਕਸਿਤ ਕਰਨ ਦੇ ਨਵੇਂ ਤਰੀਕੇ ਦੱਸੇ। ਮੈਂ ਮਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਮੇਰਾ ਆਪਣੀ ਵੀ ਇੱਕ ਛੋਟੀ ਜਿਹੀ ਫੁਲਵਾੜੀ ਸੀ ਅਤੇ ਉਹ ਪ੍ਰਸਿੱਧ ਬੋਟਨਿਸਟ ਇੰਨਾ ਭਲਾ ਸੀ ਕਿ ਉਸਨੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਆਪਦੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾ ਸਕਦਾ। ਜਿਵੇਂ ਮੈਂ ਕਿਹਾ, ਅਸੀਂ ਇੱਕ ਡਿਨਰ ਪਾਰਟੀ ਅੰਦਰ ਸੀ। ਉੱਥੇ ਕੋਈ 1 ਦਰਜਨ ਲੋਕ ਹੋਣਗੇ, ਪਰ ਮੈਂ ਸਮਾਜਿਕਤਾ ਦੇ ਸਾਰੇ ਨਿਯਮਾਂ ਨੂੰ ਤੋੜਦਿਆਂ ਬਾਕੀ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸਿਰਫ ਉਸ ਬੋਟਨਿਸਟ ਨਾਲ ਘੰਟਿਆਂ ਬੱਧੀ ਗੱਲਾਂ ਕੀਤੀਆਂ। ਅੱਧੀ ਰਾਤ ਹੋਣ ਉੱਤੇ ਮੈਂ ਸਾਰਿਆਂ ਤੋਂ ਵਿਦਾ ਲਈ ਤੇ ਚੱਲ ਪਿਆ। ਮੇਰੇ ਜਾਣ ਬਾਅਦ ਉਹ ਬੋਟਨਿਸਟ ਮੇਜ਼ਬਾਨ ਕੋਲੇ ਗਿਆ। ਉਸਨੇ ਮੇਰੀ ਬੜੀ ਤਾਰੀਫ ਕੀਤੀ, ਮੈਨੂੰ ਬਹੁਤ ਪ੍ਰੇਰਕ ਵਿਅਕਤੀ ਤੇ ਬਹੁਤ ਹੀ ਦਿਲਚਸਪ ਜਾਂ ਰੌਚਕ ਕਮਿਊਨੀਕੇਟਰ ਕਿਹਾ। ਵੱਡਾ ਕਮਿਊਨੀਕੇਟਰ, ਜਦੋਂ ਕਿ ਮੈਂ ਉਸਦੇ ਸਾਹਮਣੇ ਜ਼ਿਆਦਾ ਗੱਲਾਂ ਕੀਤੀਆਂ ਹੀ ਨਹੀਂ ਸਨ। ਮੈਂ ਚਾਹੁੰਦਾ ਵੀ ਤਾਂ ਵੀ ਬਿਨਾਂ ਵਿਸ਼ੇ ਨੂੰ ਬਦਲੇ ਜ਼ਿਆਦਾ ਕੁਝ ਨਹੀਂ ਸੀ ਕਹਿ ਸਕਦਾ, ਕਿਉਂਕਿ ਬਾਟਨੀ ਬਾਰੇ ਮੈਨੂੰ ਓਨਾ ਹੀ ਪਤਾ ਹੈ ਜਿੰਨਾ ਕਿ ਪੈਂਗੂਇਨ ਦੀ ਆਟੋਨਮੀ ਬਾਰੇ ਤੁਹਾਨੂੰ। ਪਰੰਤੂ ਮੈਂ ਇੱਕ ਕੰਮ ਕੀਤਾ, ਮੈਂ ਉਹਨਾਂ ਦੀਆਂ ਗੱਲਾਂ ਨੂੰ ਮਨ ਲਾ ਕੇ ਸੁਣਿਆ ਸੀ। ਮੈਂ ਮਨ ਲਾ ਕੇ ਇਸ ਲਈ ਸੁਣਿਆ ਸੀ ਕਿਉਂਕਿ ਮੈਨੂੰ ਉਹਨਾਂ ਦੀਆਂ ਗੱਲਾਂ ਸੱਚੀ ਦਿਲਚਸਪ ਲੱਗੀਆਂ ਸਨ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਸੁਭਾਵਿਕ ਤੌਰ 'ਤੇ ਇਸ ਨਾਲ ਉਹਨਾਂ ਨੂੰ ਵੀ ਖੁਸ਼ੀ ਹੋਈ। ਇਸ ਤਰ੍ਹਾਂ ਕਿਸੇ ਦੀ ਗੱਲ ਸੁਣਨਾ ਕਿਸੇ ਵੀ ਵਿਅਕਤੀ ਦੀ ਅਪਰਤੱਖ ਤੌਰ 'ਤੇ ਸਰਵ ਉੱਚ ਪ੍ਰਸ਼ੰਸਾ ਹੈ। ਜੈਕ ਵੁੱਡਫੋਰਡ ਨੇ ਆਪਣੀ ਪੁਸਤਕ ਸਟ੍ਰੇਂਜਰਜ਼ ਇਨ ਲਵ ਦੇ ਵਿੱਚ ਲਿਖਿਆ ਹੈ, ਬਹੁਤ ਘੱਟ ਇਨਸਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਮਨ ਲਾ ਕੇ ਸੁਣਨ ਦੀ ਚਾਪਲੂਸੀ ਨੂੰ ਪਸੰਦ ਨਹੀਂ ਕਰਦੇ। ਮੈਂ ਮਨ ਲਾ ਕੇ ਵੀ 2 ਕਦਮ ਅੱਗੇ ਨਿਕਲ ਗਿਆ ਸੀ। ਮੈਂ ਤਾਂ ਉਹਨਾਂ ਦੀ ਦਿਲ ਖੋਲ੍ਹ ਕੇ ਤਾਰੀਫ ਕਰ ਰਿਹਾ ਸੀ ਅਤੇ ਖੁੱਲ੍ਹੇ ਕੰਠ ਨਾਲ ਸ਼ਲਾਘਾ ਵੀ ਕਰ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਉਹਨਾਂ ਨਾਲ ਚਰਚਾ ਕਰਨ ਵਿੱਚ ਬਹੁਤ ਮਜ਼ਾ ਆਇਆ ਅਤੇ ਗਿਆਨ ਵੀ ਮਿਲਿਆ, ਜਿਹੜਾ ਕਿ ਸੱਚ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਕਾਸ਼ ਮੇਰੇ ਕੋਲ ਵੀ ਉਹਨਾਂ ਵਰਗਾ ਗਿਆਨ ਹੁੰਦਾ, ਜਿਹੜਾ ਕਿ ਸੱਚ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨਾਲ ਖੇਤਾਂ ਵਿੱਚ ਘੁੰਮਣਾ ਪਸੰਦ ਕਰਾਂਗਾ ਅਤੇ ਮੈਂ ਇਸ ਤਰ੍ਹਾਂ ਕਰ ਵੀ ਚੁੱਕਿਆ ਹਾਂ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਦੁਬਾਰਾ ਮਿਲੂੰਗਾ ਅਤੇ ਮੈਂ ਮਿਲਿਆ ਵੀ। ਅਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਮੈਨੂੰ ਇੱਕ ਚੰਗਾ ਕਮਿਊਨੀਕੇਟਰ ਸਮਝ ਲਿਆ, ਜਦੋਂ ਕਿ ਦਰਅਸਲ ਮੈਂ ਸਿਰਫ ਇੱਕ ਚੰਗਾ ਸਰੋਤਾ ਸੀ ਜਿਹੜਾ ਉਹਨਾਂ ਨੂੰ ਚਰਚਾ ਕਰਨ ਲਈ ਪ੍ਰੋਤਸਾਹਿਤ ਕਰ ਰਿਹਾ ਸੀ। ਸਫਲ ਬਿਜ਼ਨਸ ਇੰਟਰਵਿਊ ਦਾ ਰਹੱਸ ਜਾਂ ਭੇਦ ਕੀ ਹੈ? ਸਾਬਕਾ ਹਾਰਵਰਡ ਪ੍ਰੈਜ਼ੀਡੈਂਟ ਚਾਰਲਸ ਡਬਲਿਊ ਮੁਤਾਬਕ ਸਫਲ ਬਿਜ਼ਨਸ ਚਰਚਾ ਬਾਰੇ ਕੋਈ ਰਹੱਸ ਨਹੀਂ ਹੈ। ਜਿਹੜਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਉਸ ਉੱਪਰ ਪੂਰਾ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ। ਇਸ ਤੋਂ ਵੱਡੀ ਚਾਪਲੂਸੀ ਦੂਜੀ ਨਹੀਂ ਹੁੰਦੀ। ਅਮਰੀਕਾ ਦੇ ਮਹਾਨ ਨਾਵਲਕਾਰ ਹੈਨਰੀ ਜੇਮਸ ਆਪਣੇ ਬਿਰਤਾਂਤ ਵਿੱਚ ਕਹਿੰਦੇ ਹਨ ਕਿ ਡਾਕਟਰ ਇਲੀਅਟ ਆਪ ਵੀ ਸੁਣਨ ਦੀ ਕਲਾ ਦੇ ਬਹੁਤ ਵੱਡੇ ਮਾਹਰ ਸਨ। ਡਾਕਟਰ ਇਲੀਅਟ ਦਾ ਸੁਣਨਾ ਸਿਰਫ ਚੁੱਪੀ ਨਹੀਂ ਸੀ, ਬਲਕਿ ਇੱਕ ਤਰ੍ਹਾਂ ਦੀ ਸਰਗਰਮੀ ਸੀ। ਸਿੱਧਾ ਬੈਠਣਾ, ਹੱਥਾਂ ਨੂੰ ਇਕੱਠੇ ਗੋਦ ਵਿੱਚ ਰੱਖਣਾ, ਆਪਣੀਆਂ ਮੁੰਦਰੀਆਂ ਨੂੰ ਇੱਕ ਦੂਜੇ ਉੱਤੇ ਵਲੇਟਣ ਤੋਂ ਇਲਾਵਾ ਉਹਨਾਂ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ ਹੁੰਦੀ। ਉਹ ਸਿੱਧੇ ਕਮਿਊਨੀਕੇਟਰ ਦੇ ਸਾਹਮਣੇ ਰਹਿੰਦੇ ਸਨ ਅਤੇ ਕੰਨਾਂ ਦੇ ਨਾਲ ਅੱਖਾਂ ਤੋਂ ਵੀ ਸੁਣਦੇ ਸਨ। ਉਹ ਆਪਣੇ ਦਿਮਾਗ ਨਾਲ ਸੁਣਦੇ ਸਨ ਅਤੇ ਤੁਹਾਡੇ ਕਹਿਣ ਵੇਲੇ ਇਹ ਸੋਚਦੇ ਸਨ ਕਿ ਤੁਹਾਨੂੰ ਇਹ ਗੱਲ ਕਿਉਂ ਕਹਿਣੀ ਪਈ। ਇੰਟਰਵਿਊ ਦੇ ਅੰਤ ਵਿੱਚ ਜਿਹੜੇ ਵਿਅਕਤੀ ਉਹਨਾਂ ਨਾਲ ਗੱਲ ਕਰਦਾ ਸੀ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਸਾਹਮਣੇ ਵਾਲਾ ਉਸ ਦੀਆਂ ਸਾਰੀਆਂ ਗੱਲਾਂ ਸਮਝ ਗਿਆ ਹੈ। ਗੱਲ ਸਿੱਧੀ ਜਿਹੀ ਹੈ ਕਿ ਨਹੀਂ?
ਤੁਹਾਨੂੰ ਇਹ ਰਹੱਸ ਜਾਣ ਲਈ ਹਾਵਰਡ ਵਿਖੇ 4 ਸਾਲ ਤੱਕ ਅਧਿਐਨ ਕਰਨ ਦੀ ਲੋੜ ਨਹੀਂ ਸੀ, ਪਰੰਤੂ ਅਸੀਂ ਤੇ ਤੁਸੀਂ ਇਹੋ ਜਿਹੇ ਡਿਪਾਰਟਮੈਂਟ ਸਟੋਰਾਂ ਦੇ ਮਾਲਕਾਂ ਨੂੰ ਜਾਣਦੇ ਹਾਂ ਜਿਹੜੇ ਮਹਿੰਗੀਆਂ ਦੁਕਾਨਾਂ ਖਰੀਦਦੇ ਹਨ, ਕਿਫਾਇਤ ਨਾਲ ਆਪਣਾ ਸਮਾਨ ਖਰੀਦਦੇ ਹਨ, ਆਪਣੀਆਂ ਖਿੜਕੀਆਂ ਨੂੰ ਦਿਲ ਖਿੱਚਵੇਂ ਅੰਦਾਜ਼ ਨਾਲ ਸਜਾਉਂਦੇ ਹਨ ਅਤੇ ਵਿਗਿਆਪਨਾਂ ਅੰਦਰ ਹਜ਼ਾਰਾਂ ਡਾਲਰ ਖਰਚ ਕਰ ਦਿੰਦੇ ਹਨ ਅਤੇ ਫਿਰ ਕਲਰਕਾਂ ਨੂੰ ਨੌਕਰੀ ਉੱਤੇ ਰੱਖਦੇ ਹਨ। ਉਹ ਕਲਰਕਾਂ ਨੂੰ ਜਿਹੜੇ ਚੰਗੇ ਸਰੋਤੇ ਨਹੀਂ ਹੋਣ ਕਾਰਨ ਗਾਹਕਾਂ ਦੀ ਗੱਲਾਂ ਨੂੰ ਵਿੱਚੋਂ ਕੱਟ ਦਿੰਦੇ ਹਨ, ਉਹਨਾਂ ਨਾਲ ਬਹਿਸ ਕਰਦੇ ਹਨ, ਉਹਨਾਂ ਨੂੰ ਚੜਾ ਦਿੰਦੇ ਹਨ ਅਤੇ ਕੁੱਲ ਮਿਲਾ ਕੇ ਉਹਨਾਂ ਨੂੰ ਸਟੋਰ ਤੋਂ ਭੱਜ ਜਾਣ ਲਈ ਇੱਕ ਤਰ੍ਹਾਂ ਨਾਲ ਮਜਬੂਰ ਕਰ ਦਿੰਦੇ ਹਨ। ਸ਼ਿਕਾਗੋ ਦੇ ਇੱਕ ਡਿਪਾਰਟਮੈਂਟ ਸਟੋਰ ਨੇ ਆਪਣਾ ਇੱਕ ਇਹੋ ਜਿਹਾ ਗਾਹਕ ਲਗਭਗ ਖੋ ਹੀ ਦਿੱਤਾ ਸੀ ਜਿਹੜਾ ਉਸ ਸਟੋਰ ਤੋਂ ਹਰ ਸਾਲ $1000 ਦੇ ਸਮਾਨ ਦੀ ਖਰੀਦਦਾਰੀ ਕਰਦੀ ਸੀ, ਸਿਰਫ ਇਸ ਲਈ ਕਿਉਂਕਿ ਸੇਲਜ਼ ਗਰਲ ਗਾਹਕ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਸ਼ਿਕਾਗੋ ਵਿਖੇ ਸਾਡੇ ਕੋਰਸ ਵਿੱਚ ਭਾਗ ਲੈਣ ਵਾਲੀ ਮਿਸਿਜ਼ ਹੈਨਰੀਟਾ ਡਗਲਸ ਨੇ ਸਪੈਸ਼ਲ ਸੇਲ ਤੋਂ ਇੱਕ ਕੋਟ ਖਰੀਦਿਆ ਸੀ ਅਤੇ ਘਰ ਆਉਣ 'ਤੇ ਉਹਨਾਂ ਨੇ ਦੇਖਿਆ ਕਿ ਉਸ ਕੋਟ ਦੀ ਲਾਈਨਿੰਗ ਥੋੜ੍ਹੀ ਜਿਹੀ ਉੱਧੜੀ ਹੋਈ ਸੀ। ਉਹਨਾਂ ਨੇ ਸੇਲਜ਼ ਗਰਲ ਨੂੰ ਕੋਟ ਬਦਲਣ ਲਈ ਬੇਨਤੀ ਕੀਤੀ ਅਤੇ ਸੇਲਜ਼ ਗਰਲ ਨੇ ਉਹਨਾਂ ਦੀ ਸ਼ਿਕਾਇਤ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਤੁਸੀਂ ਇਸ ਨੂੰ ਇੱਕ ਸਪੈਸ਼ਲ ਸੇਲ ਵਿੱਚ ਖਰੀਦਿਆ ਹੈ। ਇਸ ਤੋਂ ਬਾਅਦ ਉਸਨੇ ਕੰਧ ਉੱਤੇ ਲਿਖੇ ਹੋਏ ਵਾਕ ਨੂੰ ਪੜ੍ਹਵਾ ਦਿੱਤਾ, ਇਸ ਨੂੰ ਪੜ੍ਹੋ, ਇਸ ਉੱਪਰ ਕੀ ਲਿਖਿਆ ਹੈ। ਵਿਕਿਆ ਹੋਇਆ ਸਮਾਨ ਵਾਪਸ ਨਹੀਂ ਲਿਆ ਜਾਂਦਾ। ਉਸਨੇ ਕਿਹਾ, ਤੁਸੀਂ ਇਸ ਨੂੰ ਇੱਕ ਵਾਰ ਖਰੀਦ ਲਿਆ ਹੈ, ਹੁਣ ਤੁਹਾਨੂੰ ਇਸ ਨੂੰ ਰੱਖਣਾ ਹੋਵੇਗਾ ਭਾਵੇਂ ਇਹ ਜਿਸ ਵੀ ਹਾਲ ਵਿੱਚ ਹੋਵੇ। ਜੇਕਰ ਕੋਟ ਦੀ ਸਿਲਾਈ ਉੱਧੜੀ ਹੈ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇਸ ਨੂੰ ਠੀਕ ਕਰੋ। ਪਰੰਤੂ ਇਹ ਤਾਂ ਪਹਿਲਾਂ ਤੋਂ ਹੀ ਖਰਾਬ ਸਮਾਨ ਸੀ, ਮਿਸਿਜ਼ ਡਗਲਸ ਨੇ ਸ਼ਿਕਾਇਤ ਕੀਤੀ। ਉਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਸੇਲਜ਼ ਗਰਲ ਨੇ ਉਹਨਾਂ ਦੀਆਂ ਗੱਲਾਂ ਨੂੰ ਕੱਟਦਿਆਂ ਹੋਇਆਂ ਕਿਹਾ, ਤੁਸੀਂ ਫਾਲਤੂ ਬਹਿਸ ਨਾ ਕਰੋ। ਮਿਸਿਜ਼ ਡਗਲਸ ਗੁੱਸੇ ਨਾਲ ਅੱਗ ਬਬੂਲਾ ਹੋ ਕੇ ਜਾਣ ਹੀ ਵਾਲੀ ਸੀ ਕਿ ਉਹ ਮਨ ਹੀ ਮਨ ਦੁਬਾਰਾ ਉਸ ਸਟੋਰ ਵਿੱਚ ਨਾ ਆਉਣ ਦਾ ਫੈਸਲਾ ਕਰ ਚੁੱਕੀ ਸੀ। ਉਦੋਂ ਹੀ ਉੱਥੇ ਦਾ ਡਿਪਾਰਟਮੈਂਟ ਮੈਨੇਜਰ ਆਇਆ ਜਿਹੜਾ ਸਥਾਈ ਗ੍ਰਾਹਕ ਹੋਣ ਕਰਕੇ ਉਹਨਾਂ ਨੂੰ ਸਾਲਾਂ ਤੋਂ ਜਾਣਦਾ ਸੀ। ਮਿਸਿਜ਼ ਡਗਲਸ ਨੇ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ। ਮੈਨੇਜਰ ਨੇ ਧਿਆਨ ਨਾਲ ਪੂਰਾ ਕਿੱਸਾ ਸੁਣਿਆ, ਕੋਡ ਦੀ ਜਾਂਚ ਕੀਤੀ ਅਤੇ ਫਿਰ ਕਿਹਾ, ਸਪੈਸ਼ਲ ਸੇਲ ਦਾ ਸਮਾਨ ਇਸ ਲਈ ਵਾਪਸ ਨਹੀਂ ਹੁੰਦਾ ਕਿਉਂਕਿ ਅਸੀਂ ਸੀਜ਼ਨ ਦੇ ਆਖਰ ਵਿੱਚ ਸਮਾਨ ਵੇਚ ਕੇ ਖਤਮ ਕਰਨਾ ਚਾਹੁੰਦੇ ਹਾਂ, ਪਰੰਤੂ ਸਮਾਨ ਵਾਪਸ ਨਾ ਹੋਣ ਦਾ ਨਿਯਮ ਦੋਸ਼ਪੂਰਨ ਸਮਾਨ ਉੱਤੇ ਲਾਗੂ ਨਹੀਂ ਹੁੰਦਾ। ਅਸੀਂ ਨਿਸ਼ਚਿਤ ਤੌਰ 'ਤੇ ਇਸ ਦੀ ਮੁਰੰਮਤ ਕਰ ਸਕਦੇ ਹਾਂ ਅਤੇ ਜਾਂ ਫਿਰ ਤੋਂ ਸਿਲਾਈ ਕਰਵਾ ਸਕਦੇ ਹਾਂ। ਜੇਕਰ ਤੁਸੀਂ ਕਹੋ ਤਾਂ ਅਸੀਂ ਤੁਹਾਡਾ ਪੈਸਾ ਵੀ ਮੋੜ ਸਕਦੇ ਹਾਂ। ਦੋਨਾਂ ਦੇ ਵਿਵਹਾਰ ਵਿੱਚ ਕਿੰਨਾ ਫਰਕ ਸੀ। ਜੇਕਰ ਮੈਨੇਜਰ ਉੱਥੇ ਨਾ ਆਇਆ ਹੁੰਦਾ ਤਾਂ ਉਹਨਾਂ ਨੇ ਇਸ ਸਥਾਈ ਗਾਹਕ ਨਾਲ ਗੱਲਾਂ ਨਾ ਕੀਤੀਆਂ ਹੁੰਦੀਆਂ ਅਤੇ ਉਹਨਾਂ ਦੇ ਸਟੋਰ ਤੋਂ ਇਹ ਗਾਹਕ ਹਮੇਸ਼ਾ ਲਈ ਚਲਾ ਗਿਆ ਹੁੰਦਾ। ਸੁਣਨ ਦੀ ਕਲਾ ਘਰ ਵਿੱਚ ਵੀ ਉਨੀ ਹੀ ਮਹੱਤਵਪੂਰਨ ਹੈ ਕਿ ਜਿੰਨੀ ਬਿਜ਼ਨਸ ਦੇ ਅੰਦਰ। ਨਿਊਯਾਰਕ ਦੀ ਮਿਲੀ ਨੇ ਇਹ ਆਦਤ ਪਾ ਲਈ ਕਿ ਜਦੋਂ ਵੀ ਉਹਨਾਂ ਦੇ ਬੱਚੇ ਉਹਨਾਂ ਨਾਲ ਕੁਝ ਕਹਿਣਾ ਚਾਹੁੰਦੇ ਹਨ, ਉਹ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਿਆ ਕਰਦੀ ਸੀ। ਇੱਕ ਦਿਨ ਉਹ ਸ਼ਾਮ ਨੂੰ ਆਪਣੇ ਪੁੱਤਰ ਰੋਬਰਟ ਨਾਲ ਬੈਠੀ ਹੋਈ ਸੀ। ਰੋਬਰਟ ਦੇ ਮਨ ਅੰਦਰ ਘੁੰਮ ਰਹੀਆਂ ਗੱਲਾਂ ਉੱਤੇ ਸੰਖੇਪ ਚਰਚਾ ਤੋਂ ਬਾਅਦ ਰੋਬਰਟ ਨੇ ਕਿਹਾ, ਮਾਂ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ। ਅਤੇ ਮਿਲੀ ਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਿਆ ਅਤੇ ਉਹਨਾਂ ਨੇ ਕਿਹਾ, ਹਾਂ ਬੇਟਾ ਜੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਪਰ ਤੈਨੂੰ ਇਹ ਕਿਸ ਗੱਲ ਕਰਕੇ ਲੱਗਿਆ? ਰੋਬਰਟ ਨੇ ਜਵਾਬ ਦਿੱਤਾ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿਉਂਕਿ ਤੁਸੀਂ ਮੇਰੀ ਹਰ ਗੱਲ ਬੜੇ ਧਿਆਨ ਨਾਲ ਸੁਣਦੇ ਹੋ। ਜਦੋਂ ਵੀ ਮੈਂ ਕੁਝ ਕਹਿੰਦਾ ਹਾਂ ਤਾਂ ਤੁਸੀਂ ਸਾਰਾ ਕੰਮ ਛੱਡ ਕੇ ਮੇਰੀਆਂ ਹੀ ਗੱਲਾਂ ਸੁਣਨ ਲੱਗ ਜਾਂਦੇ ਹੋ। ਵੱਡੇ ਤੋਂ ਵੱਡਾ ਆਲੋਚਕ ਵੀ ਸਹਿਣਸ਼ੀਲ ਹਮਦਰਦ ਸਰੋਤਿਆਂ ਸਾਹਮਣੇ ਨਰਮ ਪੈ ਜਾਵੇਗਾ। ਇੱਕ ਇਹੋ ਜਿਹਾ ਸਰੋਤਾ ਜਿਹੜਾ ਉਸ ਵੇਲੇ ਚੁੱਪ ਰਹੇ ਜਦੋਂ ਕ੍ਰੋਧਿਤ ਆਲੋਚਕ ਕਿੰਗ ਕੋਬਰੇ ਵਾਂਗ ਫਣ ਫਲਾ ਕੇ ਆਪਣੇ ਸਰੀਰ ਤੋਂ ਆਪਣਾ ਜ਼ਹਿਰ ਉਗਲ ਰਿਹਾ ਹੁੰਦਾ ਹੈ। ਮਿਸਾਲ ਲਈ, ਨਿਊਯਾਰਕ ਟੈਲੀਫੋਨ ਕੰਪਨੀ ਨੇ ਕੁਝ ਸਾਲ ਪਹਿਲਾਂ ਇਹ ਪਤਾ ਲਾਇਆ ਕਿ ਇਸ ਨੂੰ ਇੱਕ ਇਹੋ ਜਿਹੇ ਸ਼ਰਾਰਤੀ ਗਾਹਕ ਨਾਲ ਨਿਬੜਨਾ ਹੈ ਜਿਹੜਾ ਹਮੇਸ਼ਾ ਗਾਹਕ ਸੇਵਾ ਪ੍ਰਤੀਨਿਧੀਆਂ ਨੂੰ ਕੋਸਦਾ ਸੀ ਅਤੇ ਉਸਨੇ ਸੱਚੀ ਹੀ ਬਹੁਤ ਬੁਰਾ ਭਲਾ ਕਿਹਾ। ਉਹਨਾਂ ਨੇ ਬਹੁਤ ਰੌਲਾ ਪਾਇਆ। ਉਸਨੇ ਫੋਨ ਨੂੰ ਇਸ ਦੀਆਂ ਜੜ੍ਹਾਂ ਤੋਂ ਉਖਾੜਨ ਦੀ ਧਮਕੀ ਦਿੱਤੀ। ਉਸਨੇ ਕੁਝ ਬਿੱਲਾਂ ਦਾ ਭੁਗਤਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਦੀਆਂ ਨਜ਼ਰਾਂ ਵਿੱਚ ਉਹ ਗਲਤ ਸਨ। ਉਸਨੇ ਅਖਬਾਰਾਂ ਨੂੰ ਖੱਤ ਲਿਖੇ। ਉਸਨੇ ਟੈਲੀਫੋਨ ਕੰਪਨੀ ਖਿਲਾਫ ਅਦਾਲਤ ਵਿੱਚ ਵੀ ਕਈ ਮਾਮਲੇ ਦਾਇਰ ਕੀਤੇ। ਆਖਰਕਾਰ ਕੰਪਨੀ ਦੇ ਸਭ ਤੋਂ ਕਾਬਲ ਟਰਬਲ ਸ਼ੂਟਰ ਯਾਨੀ ਮੁਸ਼ਕਲਾਂ ਦੂਰ ਕਰਨ ਵਾਲੇ ਨੂੰ ਇਸ ਗੁੱਸੇ ਵਾਲੇ ਗਾਹਕ ਦਾ ਇੰਟਰਵਿਊ ਲੈਣ ਲਈ ਭੇਜਿਆ ਗਿਆ। ਇਸ ਟਰਬਲ ਸ਼ੂਟਰ ਨੇ ਗਾਹਕ ਦੀ ਗੱਲ ਸੁਣੀ ਤੇ ਭੜਕਣ ਵੇਲੇ ਗਾਹਕ ਨੂੰ ਆਪਣਾ ਗੁੱਸਾ ਕੱਢਣ ਦਿੱਤਾ। ਟੈਲੀਫੋਨ ਪ੍ਰਤੀਨਿਧੀ ਸੁਣਦਾ ਰਿਹਾ, ਉਹ ਹਾਂ ਕਹਿੰਦਾ ਰਿਹਾ ਤੇ ਗਾਹਕ ਦੇ ਨਜ਼ਰੀਏ ਨਾਲ ਹਮਦਰਦੀ ਵੀ ਪੇਸ਼ ਕਰਦਾ ਰਿਹਾ। ਗਾਹਕ ਆਪਣੀ ਭੜਾਸ ਕੱਢਦਾ ਰਿਹਾ ਤੇ ਮੈਂ ਲਗਭਗ 3 ਘੰਟੇ ਤੱਕ ਉਸ ਦੀਆਂ ਗੱਲਾਂ ਸੁਣੀਆਂ। ਟਰਬਲ ਸ਼ੂਟਰ ਨੇ ਸਾਡੀ ਕਲਾਸ ਵਿੱਚ ਆਪਣਾ ਤਜਰਬਾ ਸੁਣਾਇਆ। ਮੈਂ ਉਸ ਨੂੰ 4 ਵਾਰੀ ਮਿਲਿਆ ਤੇ ਚੌਥੀ ਮੀਟਿੰਗ ਤੋਂ ਪਹਿਲਾਂ ਮੈਂ ਉਸ ਸੰਗਠਨ ਦਾ ਚਾਰਟਰ ਮੈਂਬਰ ਬਣ ਚੁੱਕਿਆ ਸੀ ਜਿਸ ਨੂੰ ਉਸਨੇ ਸ਼ੁਰੂ ਕੀਤਾ ਸੀ। ਉਸਨੇ ਇਸ ਦਾ ਨਾਮ ਟੈਲੀਫੋਨ ਸਬਸਕ੍ਰਾਈਬਰਸ ਪ੍ਰੋਟੈਕਟਿਵ ਐਸੋਸੀਏਸ਼ਨ ਰੱਖਿਆ ਸੀ। ਮੈਂ ਹੁਣ ਵੀ ਉਸ ਸੰਗਠਨ ਦਾ ਮੈਂਬਰ ਹਾਂ। ਜਿੱਥੇ ਤੱਕ ਮੈਨੂੰ ਪਤਾ ਹੈ, ਮਿਸਟਰ ਤੋਂ ਇਲਾਵਾ ਮੈਂ ਹੀ ਦੁਨੀਆ ਵਿੱਚ ਉਸ ਦਾ ਇਕੱਲਾ ਮੈਂਬਰ ਹਾਂ। ਇਹਨਾਂ ਮੀਟਿੰਗਾਂ ਵਿੱਚ ਮੈਂ ਉਸ ਦੀ ਹਰ ਗੱਲ ਨੂੰ ਮਨ ਲਾ ਕੇ ਸੁਣਿਆ ਤੇ ਉਸ ਵੱਲੋਂ ਕਈਆਂ ਗੱਲਾਂ ਨਾਲ ਹਮਦਰਦੀ ਵੀ ਦਰਸਾਈ। ਕਿਸੇ ਟੈਲੀਫੋਨ ਪ੍ਰਤੀਨਿਧੀ ਨੇ ਉਸ ਦੀਆਂ ਗੱਲਾਂ ਨੂੰ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਸੁਣਿਆ ਤੇ ਉਹ ਇੱਕ ਤਰ੍ਹਾਂ ਨਾਲ ਮੇਰਾ ਦੋਸਤ ਬਣ ਚੁੱਕਿਆ ਸੀ। ਜਿਸ ਬਾਰੇ ਮੈਂ ਉਸ ਨੂੰ ਮਿਲਣ ਗਿਆ ਸੀ
ਤੇ ਉਸ ਦਾ ਜ਼ਿਕਰ ਮੈਂ ਪਹਿਲੀ ਮੀਟਿੰਗ ਵਿੱਚ ਨਹੀਂ ਕੀਤਾ, ਨਾ ਹੀ ਦੂਜੀ ਨਾ ਤੀਜੀ ਮੀਟਿੰਗ ਅੰਦਰ। ਪਰੰਤੂ ਚੌਥੀ ਮੀਟਿੰਗ ਵਿੱਚ ਮੈਂ ਮਾਮਲੇ ਨੂੰ ਪੂਰੀ ਤਰ੍ਹਾਂ ਨਿਬੇੜ ਲਿਆ। ਉਸਨੇ ਆਪਣੇ ਬਿੱਲਾਂ ਦਾ ਪੂਰਾ ਭੁਗਤਾਨ ਕਰ ਦਿੱਤਾ। ਟੈਲੀਫੋਨ ਕੰਪਨੀ ਨਾਲ ਉਸਦੀਆਂ ਸਮੱਸਿਆਵਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਉਸਨੇ ਆਪਣੀਆਂ ਸਾਰੀਆਂ ਸ਼ਿਕਾਇਤਾਂ ਦੇ ਕੇਸ ਵਾਪਸ ਲੈ ਲਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਿਸਟਰ ਖੁਦ ਨੂੰ ਧਰਮ ਯੋਧਾ ਮੰਨਦਾ ਸੀ, ਜਿਹੜਾ ਜ਼ਾਲਮ ਲੁਟੇਰਿਆਂ ਖਿਲਾਫ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰ ਰਿਹਾ ਸੀ, ਪਰੰਤੂ ਦਰਅਸਲ ਉਹ ਮਹੱਤਵਪੂਰਨ ਅਨੁਭਵ ਕਰਨਾ ਚਾਹੁੰਦਾ ਸੀ। ਉਸ ਨੂੰ ਪਹਿਲਾਂ ਮਹੱਤਵਪੂਰਨ ਹੋਣ ਦਾ ਇਹ ਅਹਿਸਾਸ ਚੀਕਣ ਅਤੇ ਸ਼ਿਕਾਇਤਾਂ ਕਰਨ ਨਾਲ ਮਿਲਦਾ ਸੀ, ਪਰੰਤੂ ਜਿਵੇਂ ਹੀ ਉਸ ਨੂੰ ਕੰਪਨੀ ਦੇ ਪ੍ਰਤੀਨਿਧੀ ਵੱਲੋਂ ਮਹੱਤਵ ਮਿਲਿਆ ਤੇ ਉਸ ਦੀਆਂ ਸ਼ਿਕਾਇਤਾਂ ਰਹੂ ਚੱਕਰ ਹੋ ਗਈਆਂ। ਸਾਲਾਂ ਪਹਿਲਾਂ ਇੱਕ ਸਵੇਰ ਇੱਕ ਗੁੱਸੇ ਨਾਲ ਭਰਿਆ ਗਾਹਕ ਡੈਟਮੇਰ ਵੂਲਨ ਕੰਪਨੀ ਦੇ ਮੋਢੀ ਜੂਲੀਅਨ ਐਫ ਡੈਟਮੇਰ ਦੇ ਆਫਿਸ ਅੰਦਰ ਆ ਧਮਕਿਆ। ਮਿਸਟਰ ਡੈਟਮੇਰ ਨੇ ਮੈਨੂੰ ਦੱਸਿਆ ਕਿ ਇਸ ਗਾਹਕ ਕੋਲੋਂ ਸਾਨੂੰ ਕੁਝ ਪੈਸੇ ਲੈਣੇ ਸਨ। ਗ੍ਰਾਹਕ ਇਹ ਮੰਨਣ ਨੂੰ ਤਿਆਰ ਨਹੀਂ ਸੀ, ਪਰ ਅਸੀਂ ਜਾਣਦੇ ਸੀ ਕਿ ਅਸੀਂ ਸਹੀ ਹਾਂ। ਇਸ ਲਈ ਸਾਡੇ ਕ੍ਰੈਡਿਟ ਡਿਪਾਰਟਮੈਂਟ ਨੇ ਭੁਗਤਾਨ ਕਰਨ ਲਈ ਉਸ ਨੂੰ ਵਾਰ-ਵਾਰ ਮੰਗ ਕੀਤੀ। ਸਾਡੇ ਕ੍ਰੈਡਿਟ ਡਿਪਾਰਟਮੈਂਟ ਵੱਲੋਂ ਬਹੁਤ ਸਾਰੇ ਖੱਤ ਮਿਲਣ ਤੋਂ ਬਾਅਦ ਉਸ ਨੇ ਆਪਣਾ ਸੂਟਕੇਸ ਪੈਕ ਕੀਤਾ ਤੇ ਉਹ ਸ਼ਿਕਾਗੋ ਆ ਪਹੁੰਚਿਆ। ਉਹ ਤੇਜ਼ੀ ਨਾਲ ਮੇਰੇ ਆਫਿਸ ਵਿੱਚ ਆਇਆ, ਸਿਰਫ ਇਹ ਦੱਸਣ ਲਈ ਕਿ ਨਾ ਤਾਂ ਉਹ ਬਿੱਲ ਚੁਕਾਏਗਾ ਤੇ ਨਾ ਹੀ ਫਿਊਚਰ ਵਿੱਚ ਡੈਟਮੇਰ ਵੂਲਨ ਕੰਪਨੀ ਤੋਂ ਇੱਕ ਵੀ ਪੈਸੇ ਦਾ ਸਮਾਨ ਖਰੀਦੇਗਾ। ਮੈਂ ਉਸ ਦੀਆਂ ਗੱਲਾਂ ਬਹੁਤ ਧੀਰਜ ਨਾਲ ਸੁਣੀਆਂ। ਮੇਰਾ ਬਹੁਤ ਮਨ ਹੋ ਰਿਹਾ ਸੀ ਕਿ ਮੈਂ ਉਸ ਨੂੰ ਟੋਕ ਦਿਆਂ ਜਾਂ ਉਸ ਦੀਆਂ ਗੱਲਾਂ ਨੂੰ ਕੱਟ ਦਿਆਂ, ਪਰ ਮੈਂ ਮਹਿਸੂਸ ਕੀਤਾ ਕਿ ਇਹ ਗਲਤ ਨੀਤੀ ਹੋਵੇਗੀ। ਇਸ ਲਈ ਮੈਂ ਉਸਦੇ ਦਿਲ ਦਾ ਗੁਬਾਰ ਨਿਕਲ ਜਾਣ ਦਿੱਤਾ। ਜਦੋਂ ਉਸ ਦਾ ਗੁੱਸਾ ਠੰਡਾ ਪੈ ਗਿਆ ਤੇ ਉਹ ਸੁਣਨ ਦੀ ਸਥਿਤੀ ਵਿੱਚ ਆ ਗਿਆ ਤਾਂ ਮੈਂ ਉਸ ਨੂੰ ਸ਼ਾਂਤੀ ਨਾਲ ਕਿਹਾ, ਮੈਂ ਤੁਹਾਨੂੰ ਸ਼ਿਕਾਗੋ ਆਉਣ ਲਈ ਤੇ ਮੈਨੂੰ ਸਾਰੀਆਂ ਗੱਲਾਂ ਦੱਸਣ ਲਈ ਧੰਨਵਾਦ ਦਿੰਦਾ ਹਾਂ। ਤੁਸੀਂ ਮੇਰੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਹੈ। ਜੇਕਰ ਸਾਡੇ ਕ੍ਰੈਡਿਟ ਡਿਪਾਰਟਮੈਂਟ ਦੀ ਵਜ੍ਹਾ ਨਾਲ ਤੁਹਾਨੂੰ ਤਕਲੀਫ ਹੋਈ ਹੈ ਤਾਂ ਇਸ ਨਾਲ ਸਾਡੇ ਹੋਰ ਵੀ ਕਈ ਚੰਗੇ ਗਾਹਕਾਂ ਨੂੰ ਤਕਲੀਫ ਹੋ ਸਕਦੀ ਹੈ ਤੇ ਇਹ ਸਾਡੇ ਬਿਜ਼ਨਸ ਲਈ ਵਧੀਆ ਨਹੀਂ ਹੈ। ਮੇਰਾ ਯਕੀਨ ਮੰਨੋ, ਤੁਸੀਂ ਇਹਨਾਂ ਗੱਲਾਂ ਨੂੰ ਦੱਸਣ ਲਈ ਜਿੰਨੇ ਉਤਸੁਕ ਹੋ ਉਸ ਤੋਂ ਕਿਤੇ ਜ਼ਿਆਦਾ ਮੈਂ ਇਹਨਾਂ ਨੂੰ ਸੁਣਨ ਲਈ ਉਤਸੁਕ ਹਾਂ। ਜਦੋਂ ਮੈਂ ਇਹ ਸਭ ਕੁਝ ਕਿਹਾ ਤੇ ਉਸ ਨੂੰ ਬੜੀ ਹੈਰਾਨੀ ਹੋਈ। ਉਸ ਨੂੰ ਇਹ ਸੁਣਨ ਦੀ ਆਸ ਨਹੀਂ ਸੀ। ਮੈਨੂੰ ਲੱਗਿਆ ਜਿਵੇਂ ਉਹ ਥੋੜ੍ਹਾ ਜਿਹਾ ਨਿਰਾਸ਼ ਵੀ ਹੋਇਆ। ਉਹ ਮੈਨੂੰ 2-4 ਗਾਲਾਂ ਸੁਣਾਉਣ ਲਈ ਸ਼ਿਕਾਗੋ ਆਇਆ ਸੀ ਤੇ ਮੈਂ ਸੀ ਕਿ ਉਸ ਨਾਲ ਬਹਿਸ ਕਰਨ ਦੀ ਬਜਾਏ ਉਸ ਨੂੰ ਧੰਨਵਾਦ ਕਰ ਰਿਹਾ ਸੀ। ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣੇ ਖਾਤਿਆਂ ਵਿੱਚੋਂ ਉਸ ਦੇ ਆਧਾਰ ਨੂੰ ਕੱਟ ਦਿਆਂਗੇ ਤੇ ਤੁਸੀਂ ਇਸ ਨੂੰ ਭੁੱਲ ਜਾਓਗੇ, ਕਿਉਂਕਿ ਉਸ ਕੋਲੇ ਦੇਖਣ ਲਈ ਇੱਕੋ ਹੀ ਅਕਾਊਂਟ ਹੈ, ਜਦੋਂ ਕਿ ਸਾਡੇ ਕਲਰਕਾਂ ਨੂੰ ਹਜ਼ਾਰਾਂ ਹੀ ਅਕਾਊਂਟ ਦੇਖਣੇ ਪੈਂਦੇ ਨੇ। ਇਸ ਲਈ ਉਸ ਦੇ ਗਲਤ ਹੋਣ ਦੀਆਂ ਸੰਭਾਵਨਾਵਾਂ ਘੱਟ ਹੈ, ਜਦੋਂ ਕਿ ਸਾਡੇ ਗਲਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹਾਂ। ਜੇਕਰ ਮੈਂ ਉਸ ਦੀ ਜਗ੍ਹਾ ਤੇ ਹੁੰਦਾ ਤੇ ਮੈਂ ਵੀ ਸ਼ਾਇਦ ਇਹੀ ਕੁਝ ਕੀਤਾ ਹੁੰਦਾ, ਕਿਉਂਕਿ ਹੁਣ ਉਸ ਦੀ ਇੱਛਾ ਸਾਡੇ ਕੋਲੋਂ ਸਮਾਨ ਖਰੀਦਣ ਦੀ ਨਹੀਂ ਸੀ। ਇਸ ਲਈ ਮੈਂ ਉਸ ਨੂੰ ਕੋਈ ਹੋਰ ਦੂਜੇ ਚੰਗੇ ਵੂਲਨ ਸਟੋਰਜ਼ ਦੇ ਨਾਮ ਸੁਝਾ ਦਿੱਤੇ। ਪਹਿਲਾਂ ਜਦੋਂ ਵੀ ਉਹ ਸ਼ਿਕਾਗੋ ਆਉਂਦਾ ਸੀ ਉਦੋਂ ਅਸੀਂ ਆਮ ਤੌਰ ਤੇ ਹੀ ਇਕੱਠੇ ਲੰਚ ਕਰਿਆ ਕਰਦੇ ਸੀ। ਇਸ ਲਈ ਮੈਂ ਉਸ ਦਿਨ ਵੀ ਉਸ ਨੂੰ ਲੰਚ ਲਈ ਸੱਦਾ ਦਿੱਤਾ। ਉਸਨੇ ਅਣਮਨੇ ਢੰਗ ਨਾਲ ਮੇਰੀ ਅਰਜ਼ ਨੂੰ ਸਵੀਕਾਰ ਕੀਤਾ, ਪਰੰਤੂ ਜਦੋਂ ਅਸੀਂ ਵਾਪਸ ਆਫਿਸ ਮੁੜੇ ਉਸਨੇ ਪਹਿਲਾਂ ਤੋਂ ਵੀ ਵੱਡਾ ਆਰਡਰ ਦਿੱਤਾ ਤੇ ਉਹ ਚੰਗੇ ਮੂਡ ਵਿੱਚ ਘਰ ਮੁੜਿਆ, ਕਿਉਂਕਿ ਉਹ ਚੰਗਿਆਈ ਦਾ ਜਵਾਬ ਚੰਗਿਆਈ ਨਾਲ ਦੇਣਾ ਚਾਹੁੰਦਾ ਸੀ। ਘਰ ਮੁੜ ਕੇ ਉਸਨੇ ਆਪਣੇ ਅਕਾਊਂਟ ਨੂੰ ਠੀਕ ਤਰ੍ਹਾਂ ਦੇਖਿਆ ਤੇ ਉਸ ਨੂੰ ਇੱਕ ਬਿੱਲ ਮਿਲ ਗਿਆ ਜਿਸ ਦਾ ਭੁਗਤਾਨ ਉਸਨੇ ਨਹੀਂ ਸੀ ਕੀਤਾ। ਉਸਨੇ ਮਾਫੀ ਮੰਗਦਿਆਂ ਚੈੱਕ ਭਜਵਾ ਦਿੱਤਾ। ਬਾਅਦ ਵਿੱਚ ਜਦੋਂ ਉਸ ਦੇ ਘਰ ਬੇਟਾ ਹੋਇਆ ਤੇ ਉਸਨੇ ਆਪਣੇ ਪੁੱਤਰ ਦਾ ਵਿਚਕਾਰਲਾ ਨਾਮ ਡੈਟਮੇਰ ਰੱਖਿਆ ਤੇ 22 ਸਾਲਾਂ ਬਾਅਦ ਆਪਣੀ ਮੌਤ ਤੱਕ ਉਹ ਕੰਪਨੀ ਦਾ ਦੋਸਤ ਅਤੇ ਇੱਕ ਚੰਗਾ ਗਾਹਕ ਬਣਿਆ ਰਿਹਾ। ਸਾਲਾਂ ਪਹਿਲਾਂ ਇੱਕ ਗਰੀਬ ਡੱਚ ਪ੍ਰਵਾਸੀ ਬਾਲਕ ਸਕੂਲ ਤੋਂ ਬਾਅਦ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਇੱਕ ਬੇਕਰੀ ਸ਼ਾਪ ਦੀ ਖਿੜਕੀਆਂ ਧੋਇਆ ਕਰਦਾ ਸੀ। ਉਸ ਦਾ ਪਰਿਵਾਰ ਇੰਨਾ ਗਰੀਬ ਸੀ ਕਿ ਉਹ ਇਸ ਤੋਂ ਇਲਾਵਾ ਹਰ ਰੋਜ਼ ਸੜਕ ਉੱਤੇ ਬਾਲਟੀ ਲੈ ਕੇ ਘੁੰਮਦਾ ਸੀ ਤਾਂ ਕਿ ਕੋਲੇ ਦੀਆਂ ਗੱਡੀਆਂ ਤੋਂ ਗਟਰ ਵਿੱਚ ਡਿੱਗੇ ਕੋਲੇ ਦੇ ਟੁਕੜਿਆਂ ਨੂੰ ਚੁੱਕ ਸਕੇ। ਇਸ ਬਾਲਕ ਐਡਵਰਡ ਬੌਕ ਨੂੰ ਆਪਣੇ ਜੀਵਨ ਦੇ 6 ਸਾਲਾਂ ਦੀ ਸਕੂਲੀ ਜੀਵਨ ਹੀ ਨਸੀਬ ਹੋਇਆ, ਪਰੰਤੂ ਆਖਰਕਾਰ ਉਹ ਅਮਰੀਕੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਸਫਲ ਮੈਗਜ਼ੀਨ ਸੰਪਾਦਕਾਂ ਵਿੱਚੋਂ ਇੱਕ ਬਣ ਗਿਆ। ਇਸ ਤਰ੍ਹਾਂ ਕਿਵੇਂ ਹੋਇਆ? ਇਹ ਇੱਕ ਲੰਬੀ ਕਹਾਣੀ ਹੈ, ਪਰੰਤੂ ਇਸ ਦੀ ਸ਼ੁਰੂਆਤ ਕਿਵੇਂ ਹੋਈ ਇਹ ਸੰਖੇਪ ਵਿੱਚ ਦੱਸਿਆ ਜਾ ਸਕਦਾ ਹੈ। ਇਸ ਅਧਿਆਏ ਵਿੱਚ ਦਿੱਤੇ ਗਏ ਸਿਧਾਂਤਾਂ ਦਾ ਪ੍ਰਯੋਗ ਕਰਕੇ ਉਸ ਨੂੰ ਪਹਿਲਾ ਅਵਸਰ ਮਿਲਿਆ। ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ ਤੇ ਉਹ ਵੈਸਟਰਨ ਯੂਨੀਅਨ ਵਿੱਚ ਆਫਿਸ ਬॉय ਬਣ ਗਏ, ਪਰੰਤੂ ਉਹਨਾਂ ਦੇ ਸਿੱਖਿਆ ਦੇ ਵਿਚਾਰ ਨੂੰ ਇੱਕ ਪਲ ਲਈ ਵੀ ਆਪਣੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋਣ ਦਿੱਤਾ ਸੀ। ਇਸ ਦੀ ਬਜਾਏ ਉਹਨਾਂ ਨੇ ਖੁਦ ਨੂੰ ਸਿੱਖਿਅਤ ਕਰਨਾ ਆਰੰਭ ਕਰ ਦਿੱਤਾ। ਉਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਖਰਚ ਬਚਾਇਆ ਤੇ ਬਿਨਾਂ ਲੰਚ ਦੇ ਲੰਮਾ ਸਮਾਂ ਗੁਜ਼ਾਰਿਆ ਤਾਂ ਜੋ ਉਹਨਾਂ ਕੋਲੇ ਅਮਰੀਕੀ ਜੀਵਨੀਆਂ ਦਾ ਇਨਸਾਈਕਲੋਪੀਡੀਆ ਖਰੀਦਣ ਲਾਇਕ ਪੈਸੇ ਬਚ ਜਾਣ। ਇਸ ਤੋਂ ਬਾਅਦ ਉਹਨਾਂ ਨੇ ਹੈਰਾਨੀਕੁੰਨ ਕੰਮ ਕੀਤਾ ਜਿਸ ਬਾਰੇ ਪਹਿਲਾਂ ਕਦੇ ਨਹੀਂ ਸੀ ਸੁਣਿਆ ਗਿਆ। ਉਹਨਾਂ ਨੇ ਪ੍ਰਸਿੱਧ ਲੋਕਾਂ ਦੀਆਂ ਜੀਵਨੀਆਂ ਪੜ੍ਹੀਆਂ
ਤੇ ਇਹਨਾਂ ਮਹਾਨ ਲੋਕਾਂ ਨੂੰ ਖੱਤ ਲਿਖਿਆ ਕਿ ਉਹ ਆਪਣੇ ਬਚਪਨ ਬਾਰੇ ਦੱਸਣ। ਬੌਕ ਇੱਕ ਚੰਗਾ ਸਰੋਤਾ ਸੀ। ਉਸਨੇ ਪ੍ਰਸਿੱਧ ਲੋਕਾਂ ਨੂੰ ਆਪਣੇ ਆਪ ਬਾਰੇ ਦੱਸਣ ਲਈ ਬੇਨਤੀ ਕੀਤੀ। ਉਹਨਾਂ ਨੇ ਜਨਰਲ ਜੇਮਸ ਏ ਗਾਰਫੀਲਡ ਨੂੰ ਪੱਤਰ ਲਿਖਿਆ, ਜਿਹੜਾ ਉਸ ਵੇਲੇ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਮੁਹਿੰਮ ਚਲਾ ਰਿਹਾ ਸੀ, ਅਤੇ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਉਹ ਕਦੇ ਨਹਿਰ ਉੱਤੇ ਟੋਪ ਬॉय ਸਨ। ਗਾਰਫੀਲਡ ਨੇ ਇਸ ਪੱਤਰ ਦਾ ਜਵਾਬ ਦਿੱਤਾ। ਉਸਨੇ ਜਨਰਲ ਗ੍ਰਾਂਟ ਤੋਂ ਇੱਕ ਵਿਸ਼ੇਸ਼ ਯੁੱਧ ਬਾਰੇ ਪੁੱਛਿਆ ਤੇ ਗ੍ਰਾਂਟ ਨੇ ਉਸ ਦੇ ਲਈ ਨਕਸ਼ਾ ਬਣਾਇਆ ਤੇ ਇਸ 14 ਸਾਲ ਦੇ ਬੱਚੇ ਨੂੰ ਡਿਨਰ ਲਈ ਬੁਲਾਇਆ ਤੇ ਪੂਰੀ ਸ਼ਾਮ ਉਸ ਨਾਲ ਗੱਲਾਂ ਕੀਤੀਆਂ। ਛੇਤੀ ਹੀ ਵੈਸਟਰਨ ਯੂਨੀਅਨ ਦਾ ਇਹ ਮੈਸੇਂਜਰ ਬॉय ਦੇਸ਼ ਦੇ ਬਹੁਤ ਪ੍ਰਸਿੱਧ ਵਿਅਕਤੀਆਂ ਨਾਲ ਪੱਤਰ ਵਿਹਾਰ ਕਰ ਰਿਹਾ ਸੀ। ਰਾਲਫ ਵਾਲਡੋ ਐਮਰਸਨ, ਓਲੀਵਰ ਵੈਡਲੇ ਹੋਲਮਜ਼, ਲਾਂਗਫੈਲੋ, ਮਿਸਿਸ ਇਬਰਾਹਿਮ ਲਿੰਕਨ, ਲੂਇਸਾ ਮੇ ਐਲਕਟ, ਜਨਰਲ ਸ਼ੇਰਮੈਨ ਅਤੇ ਜੈਫਰਸਨ ਡੇਵਿਸ। ਨਾ ਸਿਰਫ ਉਹ ਇਹਨਾਂ ਨਾਮਵਰ ਹਸਤੀਆਂ ਨਾਲ ਪੱਤਰ ਵਿਹਾਰ ਕਰਦਾ ਸੀ, ਬਲਕਿ ਛੁੱਟੀਆਂ ਵਿੱਚ ਮਿਲਣ ਲਈ ਉਹਨਾਂ ਦੇ ਘਰ ਵੀ ਜਾਂਦਾ ਸੀ। ਉਸ ਦਾ ਮਹਿਮਾਨ ਦੇ ਤੌਰ ਤੇ ਹਰ ਜਗ੍ਹਾ ਸਵਾਗਤ ਹੁੰਦਾ ਸੀ। ਇਸ ਅਨੁਭਵ ਨਾਲ ਉਸ ਵਿੱਚ ਉਹ ਪ੍ਰਸਿੱਧ ਆਤਮ ਵਿਸ਼ਵਾਸ ਆ ਗਿਆ, ਜਿਹੜਾ ਕਿ ਬੇਸ਼ਕੀਮਤੀ ਸੀ। ਇਹਨਾਂ ਪ੍ਰਸਿੱਧ ਵਿਅਕਤੀਆਂ ਨੇ ਉਸ ਵਿੱਚ ਉਹ ਨਜ਼ਰੀਆ ਅਤੇ ਲਾਲਸਾ ਭਰ ਦਿੱਤੀਆਂ ਜਿਸ ਨਾਲ ਉਸ ਦੇ ਜੀਵਨ ਦਾ ਨਕਸ਼ਾ ਬਦਲ ਗਿਆ। ਤੇ ਇਹ ਸਭ ਮੈਂ ਇਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਹਾਂ, ਸਿਰਫ ਇਸ ਲਈ ਸੰਭਵ ਹੋਇਆ ਕਿ ਉਹ ਇੱਥੇ ਦਿੱਤੇ ਗਏ ਸਿਧਾਂਤਾਂ ਨੂੰ ਆਪਣੇ ਜੀਵਨ ਅੰਦਰ ਉਤਾਰ ਚੁੱਕਿਆ ਸੀ। ਇਸਾਕ ਐਫ ਮਾਰਕੋਸਨ ਨਾਮ ਦੇ ਪੱਤਰਕਾਰ ਨੇ ਸੈਂਕੜੇ ਪ੍ਰਸਿੱਧ ਹਸਤੀਆਂ ਦੇ ਇੰਟਰਵਿਊ ਲਏ ਹਨ। ਉਹਨਾਂ ਦਾ ਮੰਨਣਾ ਹੈ ਕਿ ਲੋਕ ਇਸ ਲਈ ਚੰਗਾ ਪ੍ਰਭਾਵ ਨਹੀਂ ਛੱਡ ਪਾਉਂਦੇ ਕਿਉਂਕਿ ਉਹ ਧਿਆਨ ਨਾਲ ਸੁਣਦੇ ਹੀ ਨਹੀਂ। ਉਹਨਾਂ ਦਾ ਪੂਰਾ ਧਿਆਨ ਇਸ ਗੱਲ ਉੱਤੇ ਲੱਗਿਆ ਰਹਿੰਦਾ ਹੈ ਕਿ ਕੀ ਉਹ ਬੋਲਣ ਵਾਲੇ ਹਨ, ਇਸ ਲਈ ਉਹ ਆਪਣੇ ਕੰਨ ਖੁੱਲ੍ਹੇ ਨਹੀਂ ਰੱਖਦੇ। ਅਤ ਮਹੱਤਵਪੂਰਨ ਲੋਕਾਂ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਨੂੰ ਵਧੀਆ ਕਮਿਊਨੀਕੇਟਰ ਦੇ ਮੁਕਾਬਲੇ ਚੰਗੇ ਸਰੋਤੇ ਜ਼ਿਆਦਾ ਪਸੰਦ ਆਉਂਦੇ ਹਨ, ਪਰੰਤੂ ਸੁਣਨ ਦੀ ਕਲਾ ਕਿਸੇ ਵੀ ਕਲਾ ਨਾਲੋਂ ਵਿਰਲੀ ਹੈ। ਕੇਵਲ ਮਹੱਤਵਪੂਰਨ ਲੋਕ ਹੀ ਚੰਗੇ ਸਰੋਤਿਆਂ ਨੂੰ ਪਸੰਦ ਨਹੀਂ ਕਰਦੇ, ਆਮ ਲੋਕ ਵੀ ਉਹਨਾਂ ਨੂੰ ਪਸੰਦ ਕਰਦੇ ਹਨ। ਰੀਡਰਜ਼ ਡਾਈਜੈਸਟ ਵਿੱਚ ਇੱਕ ਵਾਰੀ ਛਪਿਆ ਸੀ, ਕਈ ਲੋਕਾਂ ਨੂੰ ਜਦੋਂ ਸਰੋਤਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਡਾਕਟਰ ਨੂੰ ਬੁਲਾ ਲੈਂਦੇ ਹਨ। ਸਿਵਲ ਵਾਰ ਦੇ ਔਖੇ ਦਿਨਾਂ ਵਿੱਚ ਲਿੰਕਨ ਨੇ ਸਪਰਿੰਗਫੀਲਡ ਦੇ ਆਪਦੇ ਦੋਸਤ ਨੂੰ ਚਿੱਠੀ ਲਿਖ ਕੇ ਵਾਸ਼ਿੰਗਟਨ ਬੁਲਾਇਆ। ਲਿੰਕਨ ਨੇ ਉਸ ਨੂੰ ਲਿਖਿਆ ਸੀ ਕਿ ਉਹ ਕੁਝ ਸਮੱਸਿਆਵਾਂ ਉੱਤੇ ਉਸ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਨ। ਪੁਰਾਣਾ ਗਵਾਂਢੀ ਵਾਈਟ ਹਾਊਸ ਆਇਆ ਅਤੇ ਲਿੰਕਨ ਘੰਟਿਆਂ ਤੱਕ ਉਸ ਦੇ ਸਾਹਮਣੇ ਦਾਸਾਂ ਨੂੰ ਮੁਕਤ ਕਰਨ ਦੇ ਕਾਨੂੰਨ ਬਣਾਉਣ ਦੇ ਨਤੀਜਿਆਂ ਉੱਪਰ ਬੋਲਦੇ ਰਹੇ। ਲਿੰਕਨ ਨੇ ਸਾਰੇ ਤਰਕਾਂ ਨੂੰ ਦੁਹਰਾਇਆ ਕਿ ਦਾਸ ਪ੍ਰਥਾ ਸਮਾਪਤ ਕਰਨ ਦੇ ਕੀ ਫਾਇਦੇ ਹੋਣਗੇ ਅਤੇ ਕੀ ਨੁਕਸਾਨ। ਲਿੰਕਨ ਨੇ ਚਿੱਠੀਆਂ ਪੜ੍ਹੀਆਂ, ਲੇਖ ਪੜ੍ਹ ਕੇ ਸੁਣਾਏ। ਕੁਝ ਵਿੱਚ ਲਿੰਕਨ ਦੀ ਆਲੋਚਨਾ ਕੀਤੀ ਗਈ ਸੀ ਤੇ ਉਹ ਹੁਣ ਤੱਕ ਦਾਸਾਂ ਨੂੰ ਮੁਕਤ ਨਹੀਂ ਕਰ ਪਾਏ। ਕਈਆਂ ਵਿੱਚ ਉਹਨਾਂ ਨੂੰ ਇਸ ਗੱਲ ਲਈ ਆਲੋਚਨਾ ਕੀਤੀ ਗਈ ਕਿ ਉਹ ਉਹਨਾਂ ਨੂੰ ਮੁਕਤ ਕਰਨਾ ਚਾਹੁੰਦੇ ਹਨ। ਘੰਟਿਆਂ ਤੱਕ ਬੋਲਣ ਤੋਂ ਬਾਅਦ ਲਿੰਕਨ ਨੇ ਆਪਣੇ ਪੁਰਾਣੇ ਗਵਾਂਢੀ ਨਾਲ ਹੱਥ ਮਿਲਾਇਆ, ਗੁੱਡ ਨਾਈਟ ਕਿਹਾ ਅਤੇ ਬਿਨਾਂ ਉਸਦੇ ਵਿਚਾਰ ਉਸ ਨੂੰ ਇਲੀਨੋਏ ਰਵਾਨਾ ਕਰ ਦਿੱਤਾ। ਲਿੰਕਨ ਨੇ ਸਮੱਸਿਆ ਬਾਰੇ ਉਸ ਦੋਸਤ ਦੇ ਵਿਚਾਰ ਪੁੱਛੇ ਹੀ ਨਹੀਂ। ਪੂਰੇ ਸਮੇਂ ਲਿੰਕਨ ਬੋਲਦੇ ਰਹੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਵਿਚਾਰ ਸਪਸ਼ਟ ਹੋਏ ਤੇ ਉਹ ਸਹੀ ਤਰੀਕੇ ਨਾਲ ਸੋਚ ਸਕੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਸ ਚਰਚਾ ਨਾਲ ਉਹਨਾਂ ਨੂੰ ਕਾਫੀ ਰਾਹਤ ਮਿਲੀ ਸੀ। ਪੁਰਾਣੇ ਦੋਸਤ ਨੇ ਕਿਹਾ, ਲਿੰਕਨ ਨੂੰ ਸਲਾਹ ਦੀ ਲੋੜ ਨਹੀਂ ਸੀ, ਉਸ ਨੂੰ ਕੇਵਲ ਇੱਕ ਚੰਗੇ ਹਮਦਰਦ ਸਰੋਤੇ ਦੀ ਲੋੜ ਸੀ ਜਿਸ ਦੇ ਸਾਹਮਣੇ ਉਹ ਆਪਣੇ ਦਿਲ ਦਾ ਬੋਝ ਹੌਲਾ ਕਰ ਸਕੇ। ਅਸੀਂ ਲੋਕ ਜਦੋਂ ਵੀ ਮੁਸ਼ਕਲ ਵਿੱਚ ਹੁੰਦੇ ਹਾਂ ਤਾਂ ਸਾਨੂੰ ਵੀ ਇਸੇ ਗੱਲ ਦੀ ਲੋੜ ਹੁੰਦੀ ਹੈ। ਖਫਾ ਗਾਹਕ, ਅਨਸੈਟਿਸਫਾਈਡ ਕਰਮਚਾਰੀ ਜਾਂ ਕਾਇਲ ਦੋਸਤ ਵੀ ਇੰਨਾ ਹੀ ਚਾਹੁੰਦੇ ਹਨ। ਅਜੋਕੇ ਕਾਲ ਦੇ ਸਭ ਤੋਂ ਮਹਾਨ ਸਰੋਤਿਆਂ ਵਿੱਚੋਂ ਸਿਗਮੰਡ ਫਰਾਇਡ ਦਾ ਨਾਮ ਵੀ ਹੈ। ਇੱਕ ਵਿਅਕਤੀ ਫਰਾਇਡ ਨੂੰ ਮਿਲਿਆ, ਉਹਨਾਂ ਦੇ ਸੁਣਨ ਦੇ ਤਰੀਕੇ ਬਾਰੇ ਉਸਦਾ ਕਹਿਣਾ ਸੀ, ਇਸ ਨਾਲ ਮੇਰੇ ਉੱਪਰ ਬਹੁਤ ਡੂੰਘਾ ਅਸਰ ਹੋਇਆ ਕਿ ਮੈਂ ਉਹਨਾਂ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਉਹਨਾਂ ਵਿੱਚ ਇਹੋ ਜਿਹੇ ਗੁਣ ਹਨ ਜਿਹੜੇ ਮੈਂ ਕਿਸੇ ਹੋਰ ਵਿਅਕਤੀ ਅੰਦਰ ਨਹੀਂ ਦੇਖੇ। ਮੈਂ ਕਿਸੇ ਹੋਰ ਨੂੰ ਸਾਹਮਣੇ ਵਾਲੇ ਵਿਅਕਤੀ ਉੱਤੇ ਇਕਾਗਰਾਪੂਰਕ ਧਿਆਨ ਦਿੰਦਿਆਂ ਨਹੀਂ ਸੀ ਦੇਖਿਆ। ਇਸ ਵਿੱਚ ਆਤਮਾ ਦੀ ਡੂੰਘਾਈ ਨੂੰ ਵਿੰਨ੍ਹਦਿਆਂ ਨਜ਼ਰਾਂ ਵਰਗੀ ਕੋਈ ਗੱਲ ਨਹੀਂ ਹੈ। ਉਹਨਾਂ ਦੀਆਂ ਅੱਖਾਂ ਕੋਮਲ ਅਤੇ ਦਿਆਲੂ ਹਨ। ਉਹਨਾਂ ਦੀ ਆਵਾਜ਼ ਹੌਲੀ ਅਤੇ ਹਮਦਰਦੀ ਨਾਲ ਪੂਰਨ ਹੈ। ਉਹਨਾਂ ਦੀਆਂ ਮੁਦਰਾਵਾਂ ਘੱਟ ਹਨ, ਪਰੰਤੂ ਉਹਨਾਂ ਨੇ ਮੇਰੇ ਵੱਲ ਜਿੰਨਾ ਧਿਆਨ ਦਿੱਤਾ, ਮੇਰੀਆਂ ਗੱਲਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ, ਹਾਲਾਂਕਿ ਮੈਂ ਉਸ ਨੂੰ ਠੀਕ ਢੰਗ ਨਾਲ ਨਹੀਂ ਸੀ ਕਿਹਾ, ਉਹ ਸੱਚਮੁੱਚ ਅਦਭੁਤ ਅਤੇ ਅਸਾਧਾਰਨ ਹਨ। ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋ ਸਕਦਾ ਕਿ ਇਸ ਤਰ੍ਹਾਂ ਸੁਣੇ ਜਾਣ ਦਾ ਅਰਥ ਕੀ ਹੋ ਸਕਦਾ ਹੈ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਦੇਖ ਕੇ ਮੂੰਹ ਫੇਰ ਲੈਣ, ਪਿੱਠ ਪਿੱਛੇ ਤੁਹਾਡੀ ਹਾਸੀ ਉਡਾਉਣ ਤੇ ਤੁਹਾਡੇ ਕੋਲੋਂ ਨਫ਼ਰਤ ਕਰਨ, ਤਾਂ ਮੈਂ ਤੁਹਾਨੂੰ ਇਸ ਦਾ ਮਹਾਨ ਫਾਰਮੂਲਾ ਦੱਸ ਸਕਦਾ। ਤੁਸੀਂ ਜ਼ਿਆਦਾ ਦੇਰ ਤੱਕ ਕਿਸੇ ਦੀ ਗੱਲ ਨਾ ਸੁਣੋ, ਆਪਣੇ ਬਾਰੇ ਬੋਲਦੇ ਰਹੋ। ਕਿਸੇ ਦੂਜੇ ਦੇ ਬੋਲਣ ਵੇਲੇ ਜੇਕਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਂਦਾ ਹੈ ਤੇ ਤੁਸੀਂ ਜ਼ਰਾ ਵੀ ਇੰਤਜ਼ਾਰ ਨਾ ਕਰੋ ਤੇ ਸਾਹਮਣੇ ਵਾਲੇ ਦੀ ਗੱਲ ਨੂੰ ਵਿੱਚੋਂ ਕੱਟ ਦਿਓ। ਉਸ ਦੇ ਅਧੂਰੇ ਵਾਕਾਂ ਨੂੰ ਵਿਚਕਾਰੋਂ ਕੱਟ ਕੇ ਆਪਣੀਆਂ ਗੱਲਾਂ ਬੋਲਣੀਆਂ ਸ਼ੁਰੂ ਕਰ ਦਿਓ। ਕੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਜਾਣਦੇ ਹੋ? ਬਦਕਿਸਮਤੀ ਨਾਲ ਮੈਂ ਇਹੋ ਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਈ ਪ੍ਰਸਿੱਧ ਲੋਕ ਵੀ ਸ਼ਾਮਲ ਹਨ।
ਇਹ ਵੱਖਰੀ ਗੱਲ ਹੈ। ਇਹਨਾਂ ਲੋਕਾਂ ਨੂੰ ਅਕਾਊ ਆਦਮੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਹ ਇਹੋ ਜਿਹੇ ਅਬਾਊ ਲੋਕ ਆਪਣੇ ਹੰਕਾਰ ਅੰਦਰ ਚੂਰ ਰਹਿੰਦੇ ਨੇ ਤੇ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਮੰਨਦੇ ਹਨ। ਜਿਹੜੇ ਲੋਕ ਸਿਰਫ ਆਪਣੇ ਬਾਰੇ ਗੱਲਾਂ ਕਰਦੇ ਹਨ, ਉਹ ਕੇਵਲ ਆਪਣੇ ਬਾਰੇ ਹੀ ਸੋਚਦੇ ਹਨ। ਉਹ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾਕਟਰ ਨਿਕੋਲਸ ਮੁਰਰੇ ਬਟਲਰ ਦੇ ਸ਼ਬਦਾਂ ਵਿੱਚ ਬੁਰੀ ਤਰ੍ਹਾਂ ਅਸਖਿਅਤ ਹੁੰਦੇ ਹਨ, ਭਾਵੇਂ ਉਹ ਕਿੰਨੇ ਵੀ ਪੜ੍ਹੇ ਲਿਖੇ ਹੋਣ। ਜੇਕਰ ਤੁਸੀਂ ਇੱਕ ਚੰਗੇ ਕਮਿਊਨੀਕੇਟਰ ਬਣਨਾ ਚਾਹੁੰਦੇ ਹੋ ਤਾਂ ਧਿਆਨ ਨਾਲ ਸੁਣਨ ਦੀ ਆਦਤ ਪਾ ਲਓ, ਚੰਗੇ ਸਰੋਤੇ ਬਣੋ, ਦਿਲਚਸਪ ਬਣਨ ਲਈ ਲੋਕਾਂ ਦੀਆਂ ਗੱਲਾਂ ਵਿੱਚ ਦਿਲਚਸਪੀ ਲਓ। ਇਹੋ ਜਿਹੇ ਸਵਾਲ ਪੁੱਛੋ ਜਿਨ੍ਹਾਂ ਦਾ ਜਵਾਬ ਦੇਣ ਅੰਦਰ ਸਾਹਮਣੇ ਵਾਲੇ ਨੂੰ ਮਜ਼ਾ ਆਏ। ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲਾਂ ਕਰਨ ਲਈ ਉਹਨਾਂ ਨੂੰ ਹੱਲਾਸ਼ੇਰੀ ਦਿਓ। ਯਾਦ ਰੱਖੋ ਕਿ ਲੋਕਾਂ ਨੂੰ ਤੁਹਾਡੇ ਅੰਦਰ ਜਾਂ ਤੁਹਾਡੀਆਂ ਸਮੱਸਿਆਵਾਂ ਵਿੱਚ ਜਿੰਨੀ ਰੁਚੀ ਹੈ, ਉਸ ਤੋਂ 100 ਗੁਣਾ ਰੁਚੀ ਉਹਨਾਂ ਨੂੰ ਆਪਣੇ ਆਪ ਜਾਂ ਖੁਦ ਦੀਆਂ ਸਮੱਸਿਆਵਾਂ ਅੰਦਰ ਹੈ। ਚੀਨ ਵਿੱਚ ਅਕਾਲ ਨਾਲ ਲੱਖਾਂ ਲੋਕਾਂ ਦੇ ਮਰਨ ਤੋਂ ਜ਼ਿਆਦਾ ਪਰਵਾਹ ਉਹਨਾਂ ਨੂੰ ਆਪਣੀਆਂ ਦਾੜ੍ਹਾਂ ਦੇ ਦਰਦ ਦੀ ਹੈ। ਅਫਰੀਕਾ ਵਿਖੇ 40 ਭੁਚਾਲਾਂ ਤੋਂ ਜ਼ਿਆਦਾ ਦਰਦ ਉਹਨਾਂ ਨੂੰ ਆਪਣੇ ਧੌਣ ਦੇ ਫੋੜੇ ਤੋਂ ਹੁੰਦੀ ਹੈ। ਅਗਲੀ ਵਾਰੀ ਚਰਚਾ ਕਰਨ ਵੇਲੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ। ਸਿਧਾਂਤ ਚੌਥਾ, ਵਧੀਆ ਸਰੋਤੇ ਬਣੋ, ਦੂਜਿਆਂ ਨੂੰ ਆਪਣੇ ਬਾਰੇ ਗੱਲਾਂ ਕਰਨ ਲਈ ਪ੍ਰੇਰਨਾ ਦਿਓ। ਅਗਲਾ ਚੈਪਟਰ ਹੈ ਲੋਕਾਂ ਦੀ ਦਿਲਚਸਪੀ ਕਿਵੇਂ ਜਗਾਈਏ। ਥੀਓਡੋਰ ਰੂਜ਼ਵੈਲਟ ਨੂੰ ਮਿਲਣ ਵਾਲਾ ਹਰ ਮਹਿਮਾਨ ਉਹਨਾਂ ਦੇ ਗਿਆਨ ਦੇ ਅਥਾਹ ਭੰਡਾਰ ਨਾਲ ਹੱਕਾ ਬੱਕਾ ਹੋ ਜਾਂਦਾ ਸੀ। ਭਾਵੇਂ ਮਿਲਣ ਵਾਲਾ ਕਾਊਬॉय ਹੋਵੇ ਜਾਂ ਨਿਊਯਾਰਕ ਦਾ ਕੋਈ ਰਾਜਸੀ ਨੇਤਾ ਜਾਂ ਡਿਪਲੋਮੈਟ, ਰੂਜ਼ਵੈਲਟ ਜਾਣਦੇ ਸਨ ਕਿ ਕਿਸ ਨੂੰ ਕੀ ਕਹਿਣਾ ਹੈ। ਉਹ ਇਹੋ ਜਿਹਾ ਕਿਵੇਂ ਜਾਣਦੇ ਸਨ? ਜਵਾਬ ਸੌਖਾ ਹੈ। ਜਦੋਂ ਵੀ ਰੂਜ਼ਵੈਲਟ ਨੂੰ ਕਿਸੇ ਨੇ ਮਿਲਣਾ ਹੁੰਦਾ ਸੀ ਤਾਂ ਉਹ ਇੱਕ ਰਾਤ ਪਹਿਲਾਂ ਉਸ ਵਿਸ਼ੇ ਦਾ ਅਧਿਐਨ ਕਰਦੇ ਸਨ ਜਿਸ ਵਿੱਚ ਮਹਿਮਾਨ ਦੀ ਵਿਸ਼ੇਸ਼ ਰੁਚੀ ਹੁੰਦੀ ਸੀ, ਕਿਉਂਕਿ ਰੂਜ਼ਵੈਲਟ ਜਾਣਦੇ ਸਨ, ਜਿਵੇਂ ਕਿ ਸਾਰੇ ਨੇਤਾ ਜਾਣਦੇ ਹਨ, ਕਿ ਕਿਸੇ ਵਿਅਕਤੀ ਦੇ ਦਿਲ ਦਾ ਰਾਹ ਉਸ ਦੇ ਪਸੰਦੀਦਾ ਵਿਸ਼ਿਆਂ ਬਾਰੇ ਗੱਲਾਂ ਕਰਨ ਤੋਂ ਹੋ ਕੇ ਗੁਜ਼ਰਦਾ ਹੈ। ਯੇਲੇ ਵਿਖੇ ਨਿਬੰਧਕਾਰ ਅਤੇ ਅੰਗਰੇਜ਼ੀ ਸਾਹਿਤ ਦੇ ਮਿਲਣਸਾਰ ਪ੍ਰੋਫੈਸਰ ਵਿਲੀਅਮ ਲੋਇਨ ਫੈਲਪਸ ਨੇ ਇਹ ਸਬਕ ਆਪਣੇ ਬਾਲਪਨ ਵਿੱਚ ਹੀ ਸਿੱਖ ਲਿਆ ਸੀ। ਜਦੋਂ ਮੈਂ 8 ਸਾਲਾਂ ਦਾ ਸੀ ਤਾਂ ਆਪਣੀ ਆਂਟੀ ਲਿਬੀ ਦੇ ਘਰ ਸਟ੍ਰੇਟਫੋਰਡ ਵਿੱਚ ਛੁੱਟੀਆਂ ਬਤੀਤ ਕਰ ਰਿਹਾ ਸੀ। ਉਹ ਆਪਣੇ ਨਿਬੰਧ ਹਿਊਮਨ ਨੇਚਰ ਵਿੱਚ ਲਿਖਦੇ ਹਨ। ਤਾਂ ਇੱਕ ਸ਼ਾਮੀ ਇੱਕ ਅਧੇੜ ਵਿਅਕਤੀ ਮੇਰੀ ਚਾਚੀ ਨੂੰ ਮਿਲਣ ਆਇਆ। ਉਹਨਾਂ ਨਾਲ ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਉਸਨੇ ਮੇਰੇ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ। ਉਸ ਵੇਲੇ ਮੈਂ ਕਿਸ਼ਤੀਆਂ ਨੂੰ ਲੈ ਕੇ ਰੋਮਾਂਚਿਤ ਸੀ ਅਤੇ ਮੁਲਾਕਾਤੀ ਨੇ ਇਸ ਵਿਸ਼ੇ ਤੇ ਇੰਨੇ ਵਧੀਆ ਤਰੀਕੇ ਨਾਲ ਚਰਚਾ ਕੀਤੀ ਕਿ ਮੈਨੂੰ ਉਸ ਵਿੱਚ ਬਹੁਤ ਮਜ਼ਾ ਆਇਆ। ਜਦੋਂ ਉਹ ਚਲਾ ਗਿਆ ਮੈਂ ਉਸਦੀ ਬਹੁਤ ਤਾਰੀਫ ਕੀਤੀ, ਕਿੰਨਾ ਵਧੀਆ ਆਦਮੀ ਸੀ। ਮੇਰੀ ਆਂਟੀ ਨੇ ਮੈਨੂੰ ਦੱਸਿਆ ਕਿ ਉਹ ਨਿਊਯਾਰਕ ਦਾ ਵਕੀਲ ਸੀ ਤੇ ਉਸਨੂੰ ਇਸ ਵਿਸ਼ੇ ਅੰਦਰ ਜਰਾ ਜਿਹੀ ਵੀ ਰੁਚੀ ਨਹੀਂ ਸੀ। ਫਿਰ ਉਹ ਮੇਰੇ ਨਾਲ ਸਾਰੇ ਸਮੇਂ ਕਿਸ਼ਤੀਆਂ ਬਾਰੇ ਕਿਉਂ ਚਰਚਾ ਕਰਦਾ ਰਿਹਾ? ਕਿਉਂਕਿ ਉਹ ਸਿਆਣਾ ਤੇ ਸੁਭਾਅ ਆਦਮੀ ਸੀ। ਉਹ ਜਾਣਦਾ ਸੀ ਕਿ ਤੁਹਾਡੀ ਦਿਲਚਸਪੀ ਕਿਸ਼ਤੀਆਂ ਵਿੱਚ ਸੀ, ਇਸ ਲਈ ਉਸਨੇ ਉਸ ਵਿਸ਼ੇ ਉੱਤੇ ਤੁਹਾਡੇ ਨਾਲ ਗੱਲਾਂ ਕੀਤੀਆਂ ਤਾਂ ਕਿ ਉਸ ਦੀਆਂ ਗੱਲਾਂ ਤੁਹਾਨੂੰ ਰੌਚਕ ਲੱਗਣ ਤੇ ਤੁਹਾਨੂੰ ਖੁਸ਼ੀ ਮਿਲੇ। ਉਸਨੇ ਤੁਹਾਡੇ ਲਈ ਖੁਦ ਨੂੰ ਰੌਚਕ ਬਣਾਇਆ, ਇਸ ਲਈ ਤੁਹਾਨੂੰ ਉਹ ਇੰਨਾ ਪਸੰਦ ਆਇਆ। ਅਤੇ ਵਿਲੀਅਮ ਲੋਇਨ ਫੈਲਪਸ ਕਹਿੰਦੇ ਹਨ, ਮੈਂ ਆਪਣੀ ਆਂਟੀ ਦੀ ਇਹ ਗੱਲ ਕਦੇ ਨਹੀਂ ਭੁੱਲਿਆ। ਜਦੋਂ ਮੈਂ ਇਹ ਅਧਿਆਇ ਲਿਖ ਰਿਹਾ ਹਾਂ, ਮੇਰੇ ਸਾਹਮਣੇ ਐਡਵਰਡ ਐਲ ਕੈਲਿਫ ਦਾ ਇੱਕ ਖੱਤ ਰੱਖਿਆ ਹੋਇਆ ਹੈ। ਇੱਕ ਵਾਰੀ ਮੈਨੂੰ ਮਦਦ ਦੀ ਲੋੜ ਸੀ। ਇੱਕ ਵੱਡੀ ਸਕਾਊਟ ਜਮਹੂਰੀ ਯੂਰਪ ਜਾਣ ਵਾਲੀ ਸੀ। ਮੈਂ ਚਾਹੁੰਦਾ ਸੀ ਕਿ ਅਮਰੀਕਾ ਦੇ ਇੱਕ ਵੱਡੇ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਮੇਰੇ ਇੱਕ ਬੱਚੇ ਨੂੰ ਟ੍ਰਿਪ ਤੇ ਭੇਜਣ ਦਾ ਖਰਚਾ ਚੁੱਕਣ। ਖੁਸ਼ਕਿਸਮਤੀ ਨਾਲ ਉਹਨਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਮੈਂ ਸੁਣਿਆ ਸੀ ਕਿ ਉਹਨਾਂ ਨੇ $10 ਲੱਖ ਦਾ ਇੱਕ ਚੈੱਕ ਕੱਟਿਆ ਸੀ, ਜਿਹੜਾ ਕੈਂਸਲ ਹੋ ਜਾਣ ਤੋਂ ਬਾਅਦ ਉਹਨਾਂ ਨੇ ਉਸ ਨੂੰ ਫਰੇਮ ਕਰਾ ਕੇ ਰੱਖ ਲਿਆ ਸੀ। ਉਹਨਾਂ ਦੇ ਉਸ ਆਫਿਸ ਵਿੱਚ ਵੜਦਿਆਂ ਹੀ ਮੈਂ ਸਭ ਤੋਂ ਪਹਿਲਾਂ ਉਹਨਾਂ ਤੋਂ $10 ਲੱਖ ਦੇ ਚੈੱਕ ਬਾਰੇ ਪੁੱਛਿਆ। $10 ਲੱਖ ਦਾ ਚੈੱਕ? ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿਸੇ ਨੂੰ ਇੰਨੀ ਵੱਡੀ ਰਕਮ ਦਾ ਚੈੱਕ ਕੱਟਦੇ ਨਹੀਂ ਸੁਣਿਆ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ $10 ਲੱਖ ਦਾ ਚੈੱਕ ਸੱਚੀ ਦੇਖਿਆ ਹੈ। ਉਹਨਾਂ ਨੇ ਮੈਨੂੰ ਖੁਸ਼ੀ-ਖੁਸ਼ੀ ਚੈੱਕ ਦਿਖਾ ਦਿੱਤਾ ਤੇ ਮੈਂ ਇਸ ਦੀ ਸ਼ਲਾਘਾ ਕੀਤੀ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਚੈੱਕ ਕਿਉਂ ਤੇ ਕਿਵੇਂ ਕੱਟਿਆ। ਤੁਸੀਂ ਧਿਆਨ ਦਿਓ, ਮਿਸਟਰ ਕੈਲਿਫ ਨੇ ਮੁਲਾਕਾਤ ਦੇ ਸ਼ੁਰੂਆਤ ਵਿੱਚ ਬॉय ਸਕਾਊਟਸ ਦੀ ਜਾਂ ਯੂਰਪ ਦੀ ਜਮਹੂਰੀ ਜਾਂ ਆਪਣੀ ਖੁਆਇਸ਼ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਉਸ ਚੀਜ਼ ਵਿੱਚ ਦਿਲਚਸਪੀ ਲੈ ਰਹੇ ਸਨ ਜਿਸ ਵਿੱਚ ਸਾਹਮਣੇ ਵਾਲੇ ਦੀ ਦਿਲਚਸਪੀ ਸੀ। ਉਸ ਦਾ ਨਤੀਜਾ ਇਹ ਹੋਇਆ। ਕੁਝ ਦੇਰ ਬਾਅਦ ਪ੍ਰੈਜ਼ੀਡੈਂਟ ਨੇ ਪੁੱਛਿਆ, ਚੰਗਾ, ਤੁਸੀਂ ਮੈਨੂੰ ਮਿਲਣਾ ਕਿਉਂ ਚਾਹੁੰਦੇ ਸੀ? ਮੈਂ ਉਹਨਾਂ ਸਾਹਮਣੇ ਆਪਣੀ ਗੱਲ ਰੱਖੀ। ਮੈਨੂੰ ਬੜੀ ਹੈਰਾਨੀ ਹੋਈ। ਮਿਸਟਰ ਕੈਲਿਫ ਨੇ ਅੱਗੇ ਦੱਸਿਆ, ਜਦੋਂ ਉਹਨਾਂ ਨੇ ਨਾ ਸਿਰਫ ਮੇਰੀ ਬਿਨੇ ਤੁਰੰਤ ਪੂਰੀ ਕਰ ਦਿੱਤੀ, ਬਲਕਿ ਮੈਂ ਜਿੰਨਾ ਮੰਗਿਆ ਸੀ ਉਸ ਤੋਂ ਜ਼ਿਆਦਾ ਦਿੱਤਾ। ਮੈਂ ਆਪਣੇ ਇੱਕ ਬੱਚੇ ਨੂੰ ਯੂਰਪ ਭੇਜਣ ਲਈ ਕਿਹਾ ਸੀ। ਉਹਨਾਂ ਨੇ 5 ਬੱਚਿਆਂ ਤੇ ਮੈਨੂੰ ਯੂਰਪ ਭੇਜਣ ਦਾ ਇੰਤਜ਼ਾਮ ਕਰ ਦਿੱਤਾ। ਇਹੀ ਨਹੀਂ, ਉਹਨਾਂ ਨੇ ਸਾਨੂੰ $1000 ਦਾ ਕ੍ਰੈਡਿਟ ਲੈਟਰ ਵੀ ਦਿੱਤਾ ਤੇ ਸਾਨੂੰ ਸਾਰਿਆਂ ਨੂੰ 7 ਹਫ਼ਤਿਆਂ ਤੱਕ ਰਖਾਇਆ। ਉਹਨਾਂ ਨੇ ਆਪਣੀ ਕੰਪਨੀ ਦੇ ਬ੍ਰਾਂਚ ਪ੍ਰੈਜ਼ੀਡੈਂਟਸ ਨੂੰ ਖੱਤ ਲਿਖ ਕੇ ਕਿਹਾ ਕਿ ਉਹ ਸਾਡੇ ਆਰਾਮ ਦਾ ਖਾਸ ਧਿਆਨ ਰੱਖਣ। ਉਹ ਆਪ ਸਾਨੂੰ ਪੈਰਿਸ ਵਿੱਚ ਮਿਲੇ ਤੇ ਉਹਨਾਂ ਨੇ ਸਾਨੂੰ ਪੈਰਿਸ ਦੀ ਸੈਰ ਵੀ ਕਰਵਾਈ।
ਉਦੋਂ ਤੋਂ ਹੀ ਉਹਨਾਂ ਨੇ ਕਈ ਇਹੋ ਜਿਹੇ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਿਨ੍ਹਾਂ ਦੇ ਮਾਂ-ਪਿਓ ਗਰੀਬ ਸਨ ਅਤੇ ਉਹ ਹੁਣ ਸਾਡੇ ਵੀ ਸਮੂਹ ਅੰਦਰ ਸਰਗਰਮ ਸਨ। ਪਰੰਤੂ ਮੈਂ ਜਾਣਦਾ ਸੀ ਕਿ ਜੇਕਰ ਮੈਂ ਇਹ ਪਤਾ ਨਹੀਂ ਲਾਇਆ ਹੁੰਦਾ ਕਿ ਉਹਨਾਂ ਦੀ ਰੁਚੀ ਕਿਹੜੇ ਖੇਤਰ ਵਿੱਚ ਹੈ, ਉਹਨਾਂ ਦੇ ਚੈੱਕ ਅੰਦਰ ਦਿਲਚਸਪੀ ਨਹੀਂ ਦਿਖਾਈ ਹੁੰਦੀ, ਤਾਂ ਮੇਰੇ ਲਈ ਉਹਨਾਂ ਕੋਲੋਂ ਆਪਣੀ ਗੱਲ ਮਨਾਉਣੀ 10 ਗੁਣਾ ਜ਼ਿਆਦਾ ਮੁਸ਼ਕਿਲ ਸੀ। ਕੀ ਇਹ ਬਿਜ਼ਨਸ ਵਿੱਚ ਇੱਕ ਅਮੁੱਲ ਤਕਨੀਕ ਹੈ? ਆਓ ਦੇਖਦੇ ਹਾਂ। ਡੁਵਰਨੋਏ ਐਂਡ ਸੰਸ ਦੀ ਆਪ ਬੀਤੀ ਸੁਣੀਏ, ਜਿਨ੍ਹਾਂ ਦੀ ਨਿਊਯਾਰਕ ਵਿਖੇ ਹੋਲਸੇਲ ਦੀ ਬੈਂਕਿੰਗ ਫਰਮ ਸੀ। ਮਿਸਟਰ ਡੁਵਰਨੋਏ ਨਿਊਯਾਰਕ ਦੇ ਇੱਕ ਹੋਟਲ ਨੂੰ ਬ੍ਰੈਡ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਔਰ 4 ਸਾਲਾਂ ਤੋਂ ਹਰ ਹਫ਼ਤੇ ਮੈਨੇਜਰ ਨੂੰ ਮਿਲਣ ਜਾ ਰਹੇ ਸਨ। ਉਹ ਉਹਨਾਂ ਸਮਾਜਿਕ ਸਮਾਗਮਾਂ ਵਿੱਚ ਜਾਂਦੇ ਸਨ ਜਿੱਥੇ ਮੈਨੇਜਰ ਨੂੰ ਮਿਲਿਆ ਜਾਂਦਾ ਸੀ। ਮਿਸਟਰ ਡੁਵਰਨੋਏ ਨੇ ਉਸ ਹੋਟਲ ਅੰਦਰ ਕਮਰਾ ਤੱਕ ਲੈ ਲਿਆ ਅਤੇ ਉੱਥੇ ਰਹਿਣ ਲੱਗ ਪਏ ਕਿ ਉਹਨਾਂ ਨੂੰ ਉਹ ਬਿਜ਼ਨਸ ਮਿਲ ਜਾਏ, ਪਰੰਤੂ ਉਹਨਾਂ ਨੂੰ ਕਿਸੇ ਤਰ੍ਹਾਂ ਕਾਮਯਾਬੀ ਨਹੀਂ ਮਿਲੀ। ਫਿਰ ਮਿਸਟਰ ਡੁਵਰਨੋਏ ਨੇ ਕਿਹਾ, ਮਨੁੱਖੀ ਸੰਬੰਧਾਂ ਦੇ ਅਧਿਐਨ ਤੋਂ ਬਾਅਦ ਮੈਂ ਆਪਣਾ ਤਰੀਕਾ ਬਦਲਣ ਦਾ ਨਿਸ਼ਚੈ ਕੀਤਾ। ਮੈਂ ਪਤਾ ਲਾਇਆ ਕਿ ਮੈਨੇਜਰ ਦੀ ਦਿਲਚਸਪੀ ਕਿਹੜੀ ਗੱਲ ਅੰਦਰ ਹੈ। ਮੈਨੂੰ ਪਤਾ ਚੱਲਿਆ ਕਿ ਉਹ ਮੈਨੇਜਰ ਅਮਰੀਕਾ ਦੇ ਹੋਟਲ ਐਗਜ਼ੀਕਿਊਟਿਵਸ ਦੀ ਇੱਕ ਸੁਸਾਇਟੀ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੋਟਲ ਗ੍ਰੀਟਰਸ ਆਫ ਅਮਰੀਕਾ ਹੈ। ਉਹ ਨਾ ਸਿਰਫ ਇਸ ਨਾਲ ਸੰਬੰਧਿਤ ਸੀ ਬਲਕਿ ਉਹ ਇਸ ਨੂੰ ਲੈ ਕੇ ਬੜਾ ਉਤਸ਼ਾਹਿਤ ਸੀ। ਉਹ ਇਸ ਸੰਗਠਨ ਦਾ ਪ੍ਰੈਜ਼ੀਡੈਂਟ ਬਣ ਗਿਆ ਅਤੇ ਇੰਟਰਨੈਸ਼ਨਲ ਗ੍ਰੀਟਰਸ ਸੰਸਥਾ ਦਾ ਵੀ ਪ੍ਰੈਜ਼ੀਡੈਂਟ ਬਣ ਗਿਆ। ਭਾਵੇਂ ਇਸ ਦੀਆਂ ਕਾਨਫਰੰਸਾਂ ਜਿੱਥੇ ਵੀ ਹੋਣ, ਉਹ ਇਸ ਦੀ ਹਰ ਮੀਟਿੰਗ ਵਿੱਚ ਭਾਗ ਲੈਂਦਾ ਸੀ। ਇਸ ਲਈ ਜਦੋਂ ਮੈਂ ਅਗਲੀ ਵਾਰ ਉਸ ਨੂੰ ਮਿਲਣ ਗਿਆ, ਮੈਂ ਉਸ ਨਾਲ ਗ੍ਰੀਟਰਸ ਸੰਸਥਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਲਈ ਉਸ ਦੀ ਪ੍ਰਤੀਕਿਰਿਆ ਕਿੰਨੀ ਅਦਭੁਤ ਸੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੀ ਅਦਭੁਤ। ਉਹ ਮੈਨੂੰ ਗ੍ਰੀਟਰਸ ਬਾਰੇ ਅੱਧੇ ਘੰਟੇ ਤੱਕ ਗੱਲਾਂ ਕਰਦਾ ਰਿਹਾ ਅਤੇ ਉਸ ਦੀ ਆਵਾਜ਼ ਅੰਦਰ ਉਤਸ਼ਾਹ ਅਤੇ ਜੋਸ਼ ਸਾਫ਼ ਝਲਕ ਰਿਹਾ ਸੀ। ਮੈਂ ਇਹ ਦੇਖ ਸਕਦਾ ਸੀ ਕਿ ਸੁਸਾਇਟੀ ਨਾ ਸਿਰਫ ਉਸ ਦੀ ਹੌਬੀ ਸੀ ਬਲਕਿ ਉਸ ਦੇ ਜੀਵਨ ਦਾ ਮੁੱਖ ਹਿੱਸਾ ਸੀ। ਜਦੋਂ ਮੈਂ ਉਸ ਦੇ ਆਫਿਸ ਤੋਂ ਬਾਹਰ ਨਿਕਲਿਆ, ਉਸਨੇ ਮੈਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਵੇਚ ਦਿੱਤੀ ਸੀ। ਇਸ ਦੌਰਾਨ ਮੈਂ ਆਪਣੇ ਬ੍ਰੈਡ ਦਾ ਜ਼ਿਕਰ ਤੱਕ ਨਹੀਂ ਸੀ ਕੀਤਾ, ਪਰੰਤੂ ਕੁਝ ਦਿਨਾਂ ਬਾਅਦ ਮੈਂ ਉਸਦੇ ਹੋਟਲ ਦੇ ਸਟੀਵਰਡ ਨੇ ਮੈਨੂੰ ਫੋਨ ਕੀਤਾ ਕਿ ਮੈਂ ਸੈਂਪਲਾਂ ਅਤੇ ਕੀਮਤਾਂ ਲੈ ਕੇ ਪੁੱਜ ਜਾਵਾਂ। ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਮਾਲਕ ਉੱਤੇ ਕੀ ਜਾਦੂ ਕਰ ਦਿੱਤਾ ਹੈ, ਸਟੀਵਰਡ ਨੇ ਕਿਹਾ, ਪਰੰਤੂ ਉਹ ਨਿਸ਼ਚਿਤ ਤੌਰ 'ਤੇ ਤੁਹਾਡੇ ਕੋਲੋਂ ਪ੍ਰਭਾਵਿਤ ਹਨ। ਜਰਾ ਸੋਚੋ, ਮੈਂ ਬਿਜ਼ਨਸ ਹਾਸਲ ਕਰਨ ਲਈ ਇਸ ਆਦਮੀ ਦੇ ਪਿੱਛੇ 4 ਸਾਲਾਂ ਤੋਂ ਚੱਕਰ ਲਾ ਰਿਹਾ ਸੀ ਅਤੇ ਮੈਂ ਅੱਜ ਵੀ ਉਸ ਦੇ ਪਿੱਛੇ ਚੱਕਰ ਲਾ ਰਿਹਾ ਹੁੰਦਾ ਜੇਕਰ ਮੈਂ ਇਹ ਪਤਾ ਲਾਉਣ ਦੀ ਤਕਲੀਫ ਨਾ ਕਰਦਾ ਕਿ ਉਸ ਦੀ ਰੁਚੀ ਕਿਸ ਗੱਲ ਵਿੱਚ ਹੈ, ਉਸ ਨੂੰ ਕਿਸ ਵਿਸ਼ੇ 'ਤੇ ਖੁਸ਼ੀ ਮਿਲਦੀ ਹੈ। ਮੈਰੀਲੈਂਡ ਵਿੱਚ ਹੈਜ਼ਰਜ਼ ਟਾਊਨ ਦੇ ਐਡਵਰਡ ਹੈਰੀਮੈਨ ਨੇ ਫੌਜ ਦੀ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਮੈਰੀਲੈਂਡ ਦੀ ਸੁੰਦਰ ਕੰਬਰਲੈਂਡ ਵੈਲੀ ਵਿੱਚ ਰਹਿਣ ਦਾ ਫੈਸਲਾ ਕੀਤਾ। ਬਦਕਿਸਮਤੀ ਨਾਲ ਉਸ ਇਲਾਕੇ ਅੰਦਰ ਬਹੁਤ ਘੱਟ ਨੌਕਰੀਆਂ ਉਪਲਬਧ ਸਨ। ਥੋੜ੍ਹੇ ਜਿਹੇ ਰਿਸਰਚ ਤੋਂ ਬਾਅਦ ਇਸ ਤੱਥ ਦਾ ਪਤਾ ਚੱਲਿਆ ਕਿ ਇੱਕ ਅਸਾਧਾਰਨ ਅਤੇ ਸਨਕੀ ਬਿਜ਼ਨਸਮੈਨ ਆਰਜੇ ਉਸ ਦੇ ਇਲਾਕੇ ਦੀਆਂ ਬਹੁਤੀਆਂ ਕੰਪਨੀਆਂ ਦਾ ਜਾਂ ਤਾਂ ਮਾਲਕ ਸੀ ਜਾਂ ਫਿਰ ਉਹਨਾਂ ਦਾ ਕੰਟਰੋਲ ਉਸ ਦੇ ਹੱਥਾਂ ਵਿੱਚ ਸੀ। ਇਸ ਬਿਜ਼ਨਸਮੈਨ ਦੀ ਗਰੀਬੀ ਤੋਂ ਅਮੀਰੀ ਦੇ ਸਫ਼ਰ ਨੇ ਮਿਸਟਰ ਹੈਰੀਮੈਨ ਨੂੰ ਚਕਰਾ ਦਿੱਤਾ। ਨੌਕਰੀ ਲੱਭਣ ਵਾਲਿਆਂ ਲਈ ਉਸ ਤੱਕ ਪੁੱਜਣਾ ਸੰਭਵ ਨਹੀਂ ਸੀ। ਮਿਸਟਰ ਹੈਰੀਮੈਨ ਲਿਖਦੇ ਹਨ, ਮੈਂ ਬਹੁਤ ਸਾਰੇ ਲੋਕਾਂ ਦਾ ਇੰਟਰਵਿਊ ਲਿਆ ਅਤੇ ਪਾਇਆ ਉਸ ਦੀ ਮੁੱਖ ਰੁਚੀ ਸੱਤਾ ਅਤੇ ਪੈਸਿਆਂ ਅੰਦਰ ਸੀ, ਕਿਉਂਕਿ ਉਹ ਇੱਕ ਸਮਰਪਿਤ ਅਤੇ ਸਖਤ ਸੈਕਟਰੀ ਦੇ ਪ੍ਰਯੋਗ ਰਾਹੀਂ ਮੇਰੇ ਵਰਗੇ ਲੋਕਾਂ ਨੂੰ ਦੂਰ ਰੱਖਣ ਵਿੱਚ ਸਫਲ ਹੋ ਜਾਂਦਾ ਸੀ। ਇਸ ਲਈ ਮੈਂ ਉਸਦੇ ਸੈਕਟਰੀ ਦੀਆਂ ਰੁਚੀਆਂ ਅਤੇ ਟੀਚਿਆਂ ਦਾ ਅਧਿਐਨ ਕੀਤਾ। ਇਸ ਤੋਂ ਬਾਅਦ ਹੀ ਮੈਂ ਬਿਨਾਂ ਅਪੁਆਇੰਟਮੈਂਟ ਲਈ ਸੈਕਟਰੀ ਨੂੰ ਮਿਲਣ ਗਿਆ। ਉਹ ਪਿਛਲੇ 15 ਸਾਲਾਂ ਤੋਂ ਮਿਸਟਰ ਫੰਕਰ ਹਾਊਸ ਦੀ ਸੈਟੇਲਾਈਟ ਸੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਮਿਸਟਰ ਫੰਕਰ ਹਾਊਸ ਲਈ ਇੱਕ ਪੇਸ਼ਕਸ਼ ਹੈ ਤਾਂ ਉਹ ਉਤਸ਼ਾਹਿਤ ਹੋ ਗਈ। ਮੈਂ ਉਸ ਨਾਲ ਇਸ ਵਿਸ਼ੇ ਉੱਤੇ ਗੱਲ ਕੀਤੀ ਕਿ ਉਸ ਦਾ ਮਿਸਟਰ ਫੰਕਰ ਹਾਊਸ ਦੀ ਸਫਲਤਾ ਵਿੱਚ ਕਿੰਨਾ ਅਸਾਰੂ ਯੋਗਦਾਨ ਹੈ। ਇਸ ਚਰਚਾ ਤੋਂ ਬਾਅਦ ਉਸਨੇ ਮਿਸਟਰ ਫੰਕਰ ਹਾਊਸ ਨਾਲ ਮੇਰੀ ਮੀਟਿੰਗ ਤੈਅ ਕਰ ਦਿੱਤੀ। ਮੈਂ ਉਸਦੇ ਵਿਸ਼ਾਲ ਅਤੇ ਸ਼ਾਨਦਾਰ ਆਫਿਸ ਅੰਦਰ ਇਸ ਦ੍ਰਿੜ ਨਿਸ਼ਚੇ ਨਾਲ ਵੜਿਆ। ਉਹ ਇੱਕ ਵੱਡੀ ਜਿਹੀ ਨਕਾਸ਼ੀਦਾਰ ਡੈਸਕ ਦੇ ਪਿੱਛੇ ਬੈਠਾ ਹੋਇਆ ਸੀ। ਉਹ ਮੇਰੇ ਉੱਤੇ ਗਰਜਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜਵਾਬ ਦਿੱਤਾ, ਮਿਸਟਰ ਫੰਕਰ ਹਾਊਸ, ਮੈਨੂੰ ਯਕੀਨ ਹੈ ਕਿ ਮੈਂ ਤੁਹਾਡੇ ਲਈ ਪੈਸੇ ਕਮਾ ਸਕਦਾ ਹਾਂ। ਉਹ ਫੌਰਨ ਉੱਠਿਆ। ਉਸਨੇ ਮੈਨੂੰ ਇੱਕ ਵੱਡੀ ਜਿਹੀ ਸ਼ਾਨਦਾਰ ਕੁਰਸੀ ਉੱਤੇ ਬੈਠਣ ਦਾ ਸੱਦਾ ਦਿੱਤਾ। ਮੈਂ ਆਪਣੇ ਵਿਚਾਰਾਂ ਨੂੰ ਵਿਸਤਾਰ ਨਾਲ ਪੇਸ਼ ਕੀਤਾ ਅਤੇ ਇਹਨਾਂ ਵਿਚਾਰਾਂ ਨੂੰ ਕਿਰਿਆਸ਼ੀਲ ਕਰਨ ਲਈ ਆਪਣੀਆਂ ਯੋਗਤਾਵਾਂ ਦਾ ਵਰਣਨ ਕੀਤਾ। ਇਸ ਤੋਂ ਬਾਅਦ ਮੈਂ ਇਹ ਵੀ ਦੱਸਿਆ ਕਿ ਕਿਵੇਂ ਇਹਨਾਂ ਨਾਲ ਉਸ ਦੀ ਵਿਅਕਤੀਗਤ ਸਫਲਤਾ ਅਤੇ ਬਿਜ਼ਨਸ ਦੀ ਸਫਲਤਾ ਵਿੱਚ ਵਾਧਾ ਹੋ ਸਕਦਾ। ਆਰਜੇ ਨੇ ਮੈਨੂੰ ਫੌਰਨ ਨੌਕਰੀ ਉੱਤੇ ਰੱਖ ਲਿਆ ਅਤੇ 20 ਸਾਲ ਤੋਂ ਵੀ ਵੱਧ ਸਮੇਂ ਤੱਕ ਮੈਂ ਇਹਨਾਂ ਦੇ ਬਿਜ਼ਨਸ ਦਾ ਹਿੱਸਾ ਬਣਿਆ ਹੋਇਆ ਹਾਂ ਅਤੇ ਇਸ ਨਾਲ ਸਾਨੂੰ ਦੋਨਾਂ ਨੂੰ ਫਾਇਦਾ ਹੋਇਆ ਹੈ। ਸਾਹਮਣੇ ਵਾਲੇ ਵਿਅਕਤੀ ਦੀਆਂ ਰੁਚੀਆਂ ਮੁਤਾਬਕ ਗੱਲਾਂ ਕਰਨ ਨਾਲ ਦੋਵੇਂ ਪੱਖਾਂ ਨੂੰ ਮੁਨਾਫਾ ਹੁੰਦਾ। ਵਰਕਰ ਸੰਚਾਰ ਦੇ ਖੇਤਰ ਦੇ ਮਾਹਰ ਹਾਵਰਡ ਜੇਡ ਹਰਜ਼ਿੰਗ ਨੇ ਹਮੇਸ਼ਾ ਇਸ ਸਿਧਾਂਤ ਦੀ ਪਾਲਣਾ ਕੀਤੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਇਸ ਨਾਲ ਕੀ ਫਾਇਦਾ ਹੋਇਆ ਹੈ ਤਾਂ ਮਿਸਟਰ ਨੇ ਜਵਾਬ ਦਿੱਤਾ ਕਿ ਉਸ ਨੂੰ ਸਿਰਫ ਹਰ ਵਿਅਕਤੀ ਕੋਲੋਂ ਵੱਖ-ਵੱਖ ਫਾਇਦੇ ਹੋਏ ਨੇ, ਬਲਕਿ ਆਮ ਤੌਰ 'ਤੇ ਸਾਰਿਆਂ ਤੋਂ ਵੱਡਾ ਫਾਇਦਾ ਇਹ ਸੀ ਕਿ ਉਹ ਜਦੋਂ ਵੀ ਕਿਸੇ ਨਾਲ ਗੱਲ ਕਰਦਾ ਸੀ ਤਾਂ ਉਸਦੇ ਦੋਸਤਾਂ ਦਾ ਦਾਇਰਾ ਵੱਧ ਜਾਂਦਾ ਸੀ। ਸਿਧਾਂਤ 5ਵਾਂ,
ਸਾਹਮਣੇ ਵਾਲੇ ਵਿਅਕਤੀ ਦੇ ਹਿੱਤਾਂ ਬਾਰੇ ਗੱਲ ਕਰੋ।